ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ ਹਮਰੀ ਪ੍ਰਭ ਆਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਾਡੇ ਨਾਲ। ਅੱਜ ਅਸੀਂ 29ਵੀਂ ਪੌੜੀ ਦੇ ਦਰਸ਼ਨ ਕਰਨੇ ਹਨ। ਪਿਛਲੇ ਹਫ਼ਤੇ 28ਵੀਂ ਪੌੜੀ ਅਸੀਂ ਕੀਤੀ ਹੈ। ਗੁਰੂ ਮਹਾਰਾਜ ਦੀ ਅਸੀਸ ਹੈ, ਜੀਵਨ ਨੂੰ ਸਮਝਣ ਵਿੱਚ ਆਨੰਦ ਸਾਹਿਬ ਦੀ ਬਾਣੀ ਸਾਨੂੰ ਮਦਦ ਕਰਦੀ ਹੈ। ਅਸੀਂ ਆਪਣੇ ਆਪ ਨੂੰ ਵੀ ਸਮਝਦੇ ਹਾਂ ਔਰ ਜੀਵਨ ਨੂੰ ਵੀ ਸਮਝਦੇ ਹਾਂ ਕਿ ਜੀਵਨ ਹੈ ਕੀ। ਗੁਰੂ ਅਮਰਦਾਸ ਪਾਤਸ਼ਾਹ ਨੇ ਆਨੰਦ ਦੀ ਬਾਣੀ ਦੇ ਵਿੱਚ ਸਾਨੂੰ ਕਈ ਭੇਦ ਖੋਲ੍ਹੇ ਹਨ। ਪਿਛਲੀ ਪੌੜੀ ਵਿੱਚ ਸਮਝਾਇਆ ਸੀ, ਜਨਮ ਤੋਂ ਅਸੀਂ ਕਿਵੇਂ ਮਾਤਾ ਦੇ ਗਰਭ ਵਿੱਚ ਹੈਲਪਲੈਸ ਹੁੰਦੇ ਹਾਂ, ਪਰ ਇਸ ਇੱਕ ਹੁਕਮ ਦੇ ਵਿੱਚ ਸਾਨੂੰ ਸੰਭਾਲਿਆ ਹੈ ਨਿਰੰਕਾਰ ਨੇ, ਔਰ ਉਸ ਹੁਕਮ ਦੇ ਦਰਸ਼ਨ ਦੇ ਵਿੱਚ ਗੁਰੂ ਨੇ ਫਿਰ ਜੀਵਨ ਦੀ ਮਨੋਵਿਗਿਆਨ ਪ੍ਰਗਟ ਕੀਤਾ ਹੈ। ਸਾਈਕੋਲੋਜੀ ਆਫ ਸਪਿਰਿਚੁਅਲਿਟੀ। ਇਹ ਪੂਰਾ ਜੀਵਨ ਨੂੰ ਦੇਖਣ ਦਾ ਨਜ਼ਰੀਆ ਔਰ ਉਹਦੀ ਰਿਐਲਿਟੀ ਕੀ ਹੋ ਸਕਦੀ ਹੈ ਔਰ ਕਿਹਨਾਂ ਭਿੰਨ ਤਰੀਕਿਆਂ ਨਾਲ ਅਸੀਂ ਉਹਦੇ ਦਰਸ਼ਨ ਕਰ ਸਕਦੇ ਹਾਂ। ਅੱਜ ਗੁਰੂ ਨੇ ਸਾਡੇ ਸਾਹਮਣੇ ਇੱਕ ਗੱਲ ਰੱਖੀ ਹੈ ਕਿ ਇੱਥੇ ਤਾਂ ਕਰਤਾ ਖੇਡ ਰਿਹਾ ਹੈ। ਇਹ ਸਾਰੇ ਕਰਤੇ ਦੇ ਖੇਡਾਂ ਦੇ ਦਰਸ਼ਨ ਅਸੀਂ ਕਰ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਗਵਾ ਚੁੱਕੇ ਹਾਂ, ਭੁੱਲ ਗਏ ਹਾਂ ਅਸੀਂ ਕਰਦੇ ਕੀ ਪਏ ਹਾਂ। ਇੱਕ ਉੱਤਮ ਦਰਸ਼ਨ ਹੈ ਮਹਾਰਾਜ, ਨਿਰੰਕਾਰ ਦੇ ਧਿਆਨ ਵਿੱਚ ਜੀਵਨ ਨੂੰ ਜੀਣਾ ਔਰ ਭੁੱਲ ਕੇ ਜੀਣਾ। ਇਹ ਦੋ ਤਰੀਕੇ ਹਨ ਜੀਣ ਦੇ। ਸਾਨੂੰ ਗੁਰੂ ਇਹੀ ਸਮਝਾ ਰਿਹਾ ਹੈ। ਆਓ ਇਸ ਪੌੜੀ ਨੂੰ 2 ਵਾਰ ਪੜ੍ਹੀਏ। ਆਪਣੇ ਆਪ ਵਿੱਚ ਹਰ ਸ਼ਬਦ ਗੁਰੂ ਅਮਰਦਾਸ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਨਿਰਾਲਾ ਹੈ ਔਰ ਹਰ ਪੌੜੀ ਦੇ ਵਿੱਚ ਇੱਕ ਇਹੋ ਜਿਹੇ ਦਰਸ਼ਨ ਮਿਲਦੇ ਹਨ ਜਿਵੇਂ ਕਿ ਅਸੀਂ ਕਿਸੇ ਨਵੇਂ ਬਗੀਚੇ ਵਿੱਚ ਸੈਰ ਕਰ ਰਹੇ ਹਾਂ। ਸੱਤ ਦੀ ਗੱਲ ਚੱਲਦੀ ਹੈ ਔਰ ਸੱਤ ਦੀ ਖੁਸ਼ਬੂ ਸਾਡੀ ਅੰਤਰਾਤਮਾ ਨੂੰ ਰਜਾ ਦਿੰਦੀ ਹੈ। ਆਓ ਇਸ ਪੌੜੀ ਨੂੰ ਸਮਝੀਏ ਮਹਾਰਾਜ, ਜੀਵਨ ਨੂੰ ਥੋੜਾ ਸਮਝਣ ਦਾ ਯਤਨ ਕਰੀਏ। ਧੰਨਵਾਦ। जैसी अगन उदर में तैसी बाहर माया, माया अगन सब इको जेही, करता है खेल रचाया। जातिस भाणा ता जम्मिया, परवार पला पाया। लिव चुड़की लगी तृष्णा, माया अमर वरताया। ए माया जित हर विसरै, मोह उपजै भाओ दूजा लाया। कह नानक गुर प्रसादी, जिना लिव लागी, तिन्नी विचे माया पाया। कह नानक गुर प्रसादी, जिना लिव लागी, तिन्नी विचे माया पाया। वाहिगुरु जी। ਧੰਨਵਾਦ ਹੈ ਵੀਰ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਨੂੰ ਕਿਹਾ ਹੈ ਕਿ ਤੁਸੀਂ ਇੱਥੇ ਪਹਾੜਾਂ 'ਤੇ ਆਏ ਹੋ, ਸਭ ਕੁਝ ਤਿਆਗ ਗਏ ਹੋ, ਜੋ ਤੁਸੀਂ ਚਾਹੁੰਦੇ ਹੋ ਉਹ ਵੀ ਨਹੀਂ ਮਿਲਿਆ ਹੈ।
ਔਰ ਇੱਥੇ ਇਹਨੂੰ ਸਭ ਨੂੰ ਤਿਆਗਣ ਦੀ ਲੋੜ ਨਹੀਂ ਸੀ। ਜੀਵਨ ਦਾ ਸੱਤ ਜੀਆ ਜਾ ਸਕਦਾ ਹੈ, ਜੀਵਨ ਨੂੰ ਪੂਰੀ ਤਰ੍ਹਾਂ ਜੀਂਦੇ ਹੋਏ। ਅਗਰ ਮਾਇਆ ਸਾਡੇ ਸਾਹਮਣੇ ਸਾਡੀ ਦੁਸ਼ਮਣ ਦੀ ਤਰ੍ਹਾਂ ਹੈ ਤਾਂ ਫਿਰ ਸ਼ਾਇਦ ਸਾਨੂੰ ਕੁਝ ਸਮਝਣ ਦੀ ਲੋੜ ਹੈ। ਮਾਇਆ ਔਰ ਮੇਰਾ ਕੀ ਰਿਲੇਸ਼ਨਸ਼ਿਪ ਹੈ? ਮਾਇਆ ਹੈ ਕੀ ਮਹਾਰਾਜ? ਇਹ ਬੜਾ ਡੂੰਘਾ ਪ੍ਰਸ਼ਨ ਹੈ। ਔਰ ਬਹੁਤ ਦਫਾ ਅਸੀਂ ਮਾਇਆ ਤੋਂ ਇਹ ਸਮਝਦੇ ਹਾਂ ਪੈਸਾ ਹੈ। ਤਾਂ ਮਾਇਆ ਦੀ ਡੈਫੀਨੇਸ਼ਨ ਸ਼ਾਇਦ ਵਿਚਾਰਨ ਦੀ ਲੋੜ ਹੈ ਕਿ ਇਹ ਫਲੋ ਆਫ ਲਾਈਫ ਵਿੱਚ ਮਾਇਆ ਕੀ ਹੈ ਔਰ ਮੇਰਾ ਔਰ ਮਾਇਆ ਦਾ ਕੀ ਰਿਲੇਸ਼ਨਸ਼ਿਪ ਹੈ। ਇਸ ਪੌੜੀ ਦੇ ਅਖੀਰ ਵਿੱਚ ਇੱਕ ਬੜੀ ਨਿਰਾਲੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਗਟ ਕੀਤੀ ਹੈ। ਕਹੇ ਨਾਨਕ ਗੁਰ ਪ੍ਰਸਾਦੀ ਜਿਨ ਨਿਭ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਗੁਰ ਪ੍ਰਸਾਦੀ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਤਿੰਨੀ ਵਿੱਚੇ ਮਾਇਆ ਪਾਇਆ। ਇਸ ਮਾਇਆ ਦੇ ਵਿੱਚ ਰਹਿੰਦੇ ਹੋਏ ਉਸ ਨਿਰੰਕਾਰ ਨੂੰ ਪਾਲ ਸਕਦੇ ਹਾਂ। ਇਹ ਗੱਲ ਸਾਡੀ ਨਾਰਮਲ ਅੰਡਰਸਟੈਂਡਿੰਗ ਵਿੱਚ ਜੋ ਸਾਨੂੰ ਦੱਸਿਆ ਜਾਂਦਾ ਹੈ ਜੀਵਨ ਵਿੱਚ, ਉਸ ਦੇ ਨਾਲ ਮੇਲ ਨਹੀਂ ਖਾਂਦੀ ਹੈ। ਜਿਸ ਤਰ੍ਹਾਂ ਸਿੱਧ ਗੋਸ਼ਟ ਵਿੱਚ ਗੁਰੂ ਨੇ ਕਿਹਾ ਵੀ ਹੈ ਕਿ ਵਿੱਚੇ ਇਸ ਮਾਇਆ ਦੇ ਪਾਇਆ ਜਾ ਸਕਦਾ ਹੈ ਔਰ ਕਿਵੇਂ ਪਾਇਆ ਜਾ ਸਕਦਾ ਹੈ ਉਹ ਵੀ ਦੱਸਿਆ ਹੈ ਮਹਾਰਾਜ ਨੇ। जैसे जल में कमल निरालम मुर्गाई ने साने सुरत शब्द भव सागर तरिए नानक नाम वखाणे। सियाणे नूं इशारा ही बहुत है महाराज। गुरु ने इन्हां दोनों पंक्तियां विच सारे जीवन का भेद खोल दिता है। जे कोई जीवन उलझन है तो उसका सल्यूशन इन्हां दोनों पंक्तियां दे विच है। अगर जीवन एक कन्फ्यूजन है तो इत्थे पूरी क्लैरिटी आ रही है। असी जीवन नूं छड्ड के जांदे हां, ਇਹ सोचते हाँ कि असी जीवन नूं कमा लवांगे जदों इस उलझन तो दूर जावांगे। पर सब तो वड्डी उलझन है कित्थे? सब तो गंभीर समस्या भी दुनिया में जदों बाहरली है। अगर मन सुलझिया हुंदा है, अडोल रहिंदा है, तो उसदा सामना किया जा सकता है। यह जरूरी नहीं है कि जिस तरह असी देखते हाँ जीवन का सल्यूशन उस तरह उस प्रॉब्लम का सल्यूशन नज़र आए। जिवें बीबा ने उस दिन पूछया सी कि किवें हो सकता है कि जंग के मैदान में सिंघां ने अपने आप को स्टेबल रखिया, जुड़े रहे, दर्शन होया उन्होंने, फिर भी उन्होंने लाइफ का परस्पैक्टिव अडोल रहा। यह गल सब एक भेद एक शब्द दे विच छिपी है। यह कुछ शब्द गुरु ग्रंथ साहब विच ऐसे ने जिहड़े क्रिप्टिक हैं, उन्हों की पूरी डेफिनेशन कदे भी नहीं की जा सकती। जिवें सहज है, यह अवस्थावां ने मन दियां, इहदे बारे गल किवें की जा सकेगी? यह तो एक्सपीरियंशियल गल्लां ने सारियां। इस तरह एक शब्द है सुरत। सुरत नूं असीं कह सकते हैं एकागर मन, पर समझना है गल नूं। ए मन मैं हाँ, मेरी डेफिनेशन ऑफ लाइफ इस मन तो शुरू होती है। मैं कितना लंबा हाँ, कितना वजन है, किस तरह दिखता हाँ, की मैं पाना हाँ, की मैं करदा हाँ, किवें बोलदा हाँ, की मैं पढ़िया हाँ, की मैं जीवन चो सीखिया है,
ਕਿੱਥੇ ਮੈਂ ਉੱਠਦਾ ਬੈਠਦਾ ਹਾਂ, ਇਹ ਸਭ ਕੁਝ ਮੇਰਾ ਪਰਸਪੈਕਟਿਵ ਹੈ। ਈਗੋ ਮਾਈਂਡ ਦੇ ਦਰਸ਼ਨ ਹਨ, ਜਿਸ ਨੂੰ ਅਸੀਂ ਚੇਂਜਿੰਗ ਮਾਈਂਡ ਕਹਿੰਦੇ ਹਾਂ। ਮੈਂ ਸਮਝਾਉਣ ਵਾਸਤੇ ਜਾਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਇਹਨੂੰ ਚੇਂਜਿੰਗ ਮਾਈਂਡ ਕਹਿੰਦਾ, ਜਿਸ ਨੂੰ ਗੁਰੂ ਨੇ ਇਹ ਮਨ ਚਲਤੇ ਹੋ ਕਿਹਾ। ਚਲਦਿਆ ਮਨ ਚੱਲਦਾ ਹੀ ਰਿਹਾ, ਰੈਗੂਲਰ ਥਾਟ ਚੱਲਦੀਆਂ ਹਨ। ਅਗਰ ਅਸੀਂ ਗੁਰਬਾਣੀ ਦੇ ਪਰਸਪੈਕਟਿਵ ਨੂੰ ਜਿਸ ਤਰ੍ਹਾਂ ਮੈਂ ਦੇਖ ਰਿਹਾ ਹਾਂ ਸਮਝੀਏ, ਤਾਂ ਇਹ ਚੱਲਦਾ ਮਨ ਮੇਰਾ ਟੂਲ ਵੀ ਹੈ ਔਰ ਮੇਰੀ ਪ੍ਰੋਬਲਮ ਵੀ ਹੈ, ਕਿਉਂਕਿ ਈਗੋ ਦੇ ਥਰੂ ਮੈਂ ਜੀਵਨ ਵਿੱਚ ਵਰਤ ਰਿਹਾ ਹਾਂ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਮਝਾਇਆ ਵੀ ਹੈ ਸਾਨੂੰ, ਆਸਾ ਦੀ ਵਾਰ ਦੀ ਪੌੜੀ ਵਿੱਚ ਦਰਸ਼ਨ ਕੀਤੇ ਹਨ। ਉਸ ਵੇਲੇ ਗੁਰੂ ਨੇ ਸਭ ਖੋਲ੍ਹਿਆ ਹੈ ਗੱਲ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੋਨੀ ਪਾਏ, ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰ ਆਏ। ਹਉਮੈ ਦੀਰਘ ਰੋਗ ਹੈ, दारू भी इस माहे, किरपा करे जे अपनी तो गुर का शब्द कमाए। महाराज कहते हैं इत संजम दुख जाए। जीवन विच दुख इस हौमे करके है, पर जीवन भी इस हौमे करके है, क्योंकि हौमे है ऐसे करके जीवन है। सानू इस माया नाल, हौमे नाल मेरा रिलेशनशिप की होना है वो डिफाइन नहीं हो पा रहा, वो गुरमत अनुसार नहीं बैठ रहा, वो गुरु की सिक्ख्या अनुसार नहीं हो रहा। कॉन्फ्लिक्ट इत्थे है मेरे मन का, और ऐसे नूं समझण विच मैं जीवन गवा दिंदा हाँ। इहदे विच ही जीवन नूं संभालना और गवाना दोनों है। हौमे मेरी मूविंग आइडेंटिटी है, मैं इसे नाल ही जीना हाँ, जीवन विच इस नाल विचरदा हाँ। जे मैं हौमे नूं पूरी तरह त्याग देंगा तो फिर मैं नहीं होवांगा, पर फिर होवांगा की? परस्पैक्टिव है कि किवें त्यागया जाएगा हौमे नूं। एक रस्ता साधुओं ने कढ़िया कि सब कुछ त्याग दिओ, बस एक दो वस्त्र होण और पहाड़ां ते चले जाओ। पर की यह त्याग है हौमे दा? कदे असी जाके उन्हां साधुओं नूं मिले, सानू पता लगे कि उन्हां दी हौमे कटदी नहीं है, बस रिप्लेस होंदी है। परिवार दी जगह ते चेले चपाटे आ जांदे ने, जीवन दे सोसाइटी दी चेंज विच साधु जन आ जांदे ने, स्थान दी जगह स्टेटस जो सोसाइटी विच हुंदा है उत्थे योगी मत विचों लड़दे ने उहदे वास्ते। तां सिर्फ रिप्लेसमेंट होई है, ईगो नूं त्यागया नहीं गया है। ईगो नूं त्यागण दी लोड़ भी नहीं है। गुरु कहता है कि हौमे बूझे तां दर सूझे। गुरु ने कहा है कि हौमे नूं बुझना है, जानना है इहदा रिलेशनशिप की है मेरे नाल। बुझना नॉट ओनली इंटलैक्चुअली, इंटलैक्चुअली तो असी समझ सकते हैं गल नूं, पर बुझण का मतलब है कि उसनूं अब्जॉर्व करना और रिवील हो जाए मैनू कि हौमे और मेरा रिलेशनशिप की है। इसका मतलब मेरे मन के अंदर ही इहो जी स्पेस है जिथे हौमे नहीं है। और गुरु ने बाणी विच समझाया है सानू कि जद ए मन जाएगा, ए मन ले जियो तां उन मन रहे, तां तीन लोग की बातें कहे। जद ए मन चला गया तां उन मन रहेगा। उन मन की है जिथे ईगो दे बिना मन है, जिथे मैं नहीं हाँ। उन मन डायरेक्टली डिफाइंड मीन्स नो माइंड। ए मन ले जियो उन मन रहे, तां तीन लोग की बातें कहे। हुण यह गल सानू ही समझनी है कि जिहड़ा मन मेरे कोल है उस दे अंदर ही एक इहो जी मन की अवस्था है जिथे सल्यूशनस ने लाइफ दे।
ਔਰ ਉੱਥੇ ਐਂਟਰੀ ਮੇਰੀ ਨਹੀਂ ਹੋ ਸਕਦੀ, ਸੁਰਤ ਦੀ ਹੋ ਸਕਦੀ ਹੈ। ਸੁਰਤ ਈਗੋਲੈਸ ਥਾਟ ਹੈ। ਉਹ ਥਾਟ ਹੈ ਜਿਹਦੇ ਵਿੱਚ ਇਕਾਗਰਤਾ ਹੈ ਔਰ ਜਿੱਥੇ ਸਾਰੇ ਬਾਹਰਲੇ ਇਸ਼ੂਜ਼ ਪਿੱਛੇ ਛੱਡ ਦਿੱਤੇ ਗਏ ਹਨ। ਮੂੰਦ ਲੀਏ ਦਰਵਾਜ਼ੇ, ਬਾਜੀਏ ਲਈ ਅਨਹਦ ਬਾਜੇ। ਜਿੱਥੇ ਮੈਂ ਆਪਣੀ ਥਾਟ ਨੂੰ ਕੋਇਲੇਟ ਕਰ ਲੈਂਦਾ, ਉਹ ਧਿਆਨ ਬਣ ਜਾਂਦਾ ਹੈ। ਔਰ ਜਦੋਂ ਉਸ ਧਿਆਨ ਨੂੰ ਮੈਂ ਸ਼ਬਦ ਵਿੱਚ ਪਾਉਂਦਾ ਹਾਂ ਤਾਂ ਫਿਰ ਉਹ ਕੰਕੋਕਸ਼ਨ ਬਣਦਾ ਹੈ ਜਿਸ ਨੂੰ ਗੁਰੂ ਕਹਿੰਦਾ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ। ਕਮਾਈ ਐਸੇ ਦੀ ਕਰਨੀ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਸ ਬਾਣੀ ਦੀ ਗੱਲ ਗੁਰੂ ਕਰਦਾ ਹੈ। ਇਹ ਰਸਤਾ ਹੈ, ਇਹ ਮਾਰਗ ਹੈ। ਜਿਸ ਤਰ੍ਹਾਂ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਇਹ ਬਾਣੀ ਨਿਰੰਕਾਰ ਦੀ ਆਈ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਖਸਮ ਦੀ ਬਾਣੀ ਹੈ। ਤੈਸੜਾ ਕਰੀ ਗਿਆਨ ਵੇਲਾ ਲੋ। ਉਸੇ ਤਰ੍ਹਾਂ ਮੈਂ ਗਿਆਨ ਕਰਦਾ ਹਾਂ ਮਹਾਰਾਜ। ਪਰ ਜਦ ਮੈਂ ਇਸ ਬਾਣੀ ਨਾਲ ਪਿਆਰ ਕਰਦਾ ਹਾਂ, ਇਹਨੂੰ ਇੱਕ ਮਿਕਤਾ ਕਰਦਾ ਹਾਂ, ਤਾਂ ਮੇਰੀ ਥਾਟਸ ਰਿਪਲੇਸ ਹੁੰਦੀਆਂ ਹਨ। ਮੇਰਾ ਮੂਵਿੰਗ ਮਾਈਂਡ ਬਾਣੀ ਨਾਲ ਦੇ ਦਰਸ਼ਨ ਵਿੱਚ ਚਲਾ ਜਾਂਦਾ ਹੈ। ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ, ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ। ਇਹ ਕਥਨ ਵਿੱਚ ਨਹੀਂ ਹੈ ਕਹਾਣੀ, ਪਰ ਇਹਦੀ ਕਮਾਈ ਹੈ ਔਰ ਇਸ ਕਮਾਈ ਦੇ ਵਿੱਚ ਦਰਸ਼ਨ ਹਨ। ਅੱਜ ਦੀ ਇਸ ਪੌੜੀ ਵਿੱਚ ਗੁਰੂ ਸਾਹਿਬ ਮਾਇਆ ਦੀ ਗੱਲ ਵਿਛਲਾ ਰਹੇ ਹਨ ਸਾਡੇ ਨਾਲ। ਗੁਰੂ ਕਹਿੰਦਾ ਹੈ ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ। ਇਹ ਪਿਛਲੀ ਪੌੜੀ ਵਿੱਚ ਮਾਤਾ ਤੇ ਗਰਭ ਵਿੱਚ ਜਦੋਂ ਬੱਚਾ ਹੁੰਦਾ ਹੈ, ਇਹਦੀ ਗੱਲ ਪਿਛਲੀ ਪੌੜੀ ਵਿੱਚ ਗੁਰੂ ਨੇ ਚਲਾਈ ਹੈ। ਉਹਦੇ ਵਿੱਚ ਅਗਨ ਹੈ, ਮਹਾਰਾਜ ਕਹਿੰਦੇ ਹਨ, ਜਿਹੜੀ ਉਸ ਬੱਚੇ ਦੇ ਫੀਟਸ ਨੂੰ ਡਿਸਟਰੋਏ ਕਰ ਸਕਦੀ ਹੈ। ਪਰ ਕਿਉਂਕਿ ਲਿਵ ਲੱਗੀ ਹੈ, ਉਹ ਜੁੜਿਆ ਹੈ। ਕਿਸ ਚੀਜ਼ ਨਾਲ ਜੁੜਿਆ ਹੈ ਮਹਾਰਾਜ? ਜਦੋਂ ਇੱਕ ਬੱਚਾ ਆਪਣੇ ਮਾਤਾ ਦੇ ਗਰਭ ਵਿੱਚ ਹੈ, ਉਹ ਕਿਹਦੇ ਨਾਲ ਜੁੜਿਆ ਹੈ? ਉਹ ਜਿੱਥੋਂ ਆ ਰਿਹਾ ਹੈ ਉਹਦੇ ਨਾਲ ਜੁੜਿਆ ਹੈ, ਆਪਣੇ ਸੋਰਸ ਨਾਲ ਜੁੜਿਆ ਹੈ, ਜਿਹੜਾ ਨਿਰੰਕਾਰ, ਜਿਸ ਨੂੰ ਅਸੀਂ ਇਤਨਾ ਸਟਰਗਲ ਕਰਦੇ ਹਾਂ ਟੂ ਅੰਡਰਸਟੈਂਡ, ਟੂ ਕੰਪਰੀਹੈਂਡ। ਉਸ ਅਵਸਥਾ ਨੂੰ ਕਮਾਉਣ ਲਈ ਅਸੀਂ ਬਹੁਤ ਮੁਸ਼ਕਿਲ ਨਾਲ ਵੀ ਪ੍ਰਾਪਤ ਨਹੀਂ ਕਰ ਪਾਉਂਦੇ। ਉਹ ਸਹਿਜ ਵਿੱਚ ਬੱਚਾ ਉਹਦੇ ਨਾਲ ਜੁੜਿਆ ਹੈ, ਕਿਉਂਕਿ ਈਗੋ ਫਾਰਮੇਸ਼ਨ ਨਹੀਂ ਹੋਈ ਹੈ। ਮਨ ਦੇ ਵਿੱਚ ਸੰਸਕਾਰ ਜ਼ਰੂਰ ਹਨ, ਕਰਮਾਂ ਦੇ ਬੀਜ ਹਨ ਉਸ ਮਨ ਦੇ ਵਿੱਚ, ਪਰ ਉਹ ਸਬ ਕੌਨਸ਼ੀਅਸ ਵਿੱਚ ਹਨ। ਹੁਣ ਇੱਕ ਹੁਕਮ ਵਰਤ ਰਿਹਾ ਹੈ ਨਿਰੰਕਾਰ, ਕ੍ਰੀਏਸ਼ਨ ਵਿੱਚ ਐਕਟਿਵ ਹੈ, ਤਾਂ ਬੱਚਾ ਆਪਣੀ ਮਾਤਾ ਦੇ ਗਰਭ ਵਿੱਚ ਗਰੋ ਕਰਦਾ ਹੈ ਔਰ ਸੰਸਕਾਰਾਂ ਦੇ ਅਨੁਸਾਰ ਉਸ ਨੂੰ ਜੀਵਨ ਦੇ ਐਸਪੈਕਟਸ ਜੋ ਵੀ ਹਨ ਉਹਦੇ, ਉਹ ਡਿਫਾਈਨ ਹੋ ਰਹੇ ਹਨ। ਪਰ ਉਹ ਸਭ ਕੁਝ ਤਾਂ ਹੋ ਰਿਹਾ ਹੈ ਕਿਉਂਕਿ ਉਹ ਉਸ ਲਿਵ ਲੱਗੀ ਹੈ, ਉਹ ਆਪਣੇ ਸੋਰਸ ਨਾਲ ਜੁੜਿਆ ਹੈ। ਗੁਰੂ ਨੇ ਇਹੀ ਸਮਝਾਇਆ, ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਬਾਹਰ ਮਾਇਆ ਹੈ, ਉਹਦੇ ਵਿੱਚ ਮੇਰੀ ਆਈਡੈਂਟੀਟੀ ਵੀ ਹੈ। ਔਰ ਉਸੇ ਤਰ੍ਹਾਂ ਅਗਰ ਮੈਂ ਆਪਣੇ ਸੋਰਸ ਨਾਲ ਜੁੜਿਆ ਹਾਂ ਤਾਂ ਫਿਰ ਮੇਰੀ ਇਹ ਬਾਹਰ ਮਾਇਆ ਮੈਨੂੰ ਬਚਾ ਲਏਗੀ, ਤਾਂ ਮੈਨੂੰ ਉਹ ਸੋਰਸ ਬਚਾ ਲਏਗਾ। ਉਸ ਤੋਂ ਬਚ ਕੇ ਨਿਕਲਾਂਗਾ। ਕਿਵੇਂ ਬਚਾਂਗਾ? ਕਿ ਮੈਂ ਉਸ ਤੋਂ ਅਨਟੱਚਡ ਹਾਂ। ਜੈਸੇ ਕਮਲ ਪਾਣੀ ਦੇ ਉੱਪਰ ਹੀ ਰਹਿੰਦਾ ਹੈ, ਕਦੇ ਡੁੱਬਦਾ ਨਹੀਂ ਹੈ। ਪਾਣੀ ਦੀ ਲੈਵਲ ਵੱਧਦੀ ਜਾਏਗੀ, ਕਮਲ ਹੋਰ ਉੱਪਰ ਉੱਠਦਾ ਜਾਏਗਾ। ਮੁਰਗਾਈ ਨੇ ਸਾਣੇ, ਬੱਤਖ ਵੀ ਇਕੱਲੇ ਪਾਣੀ ਦੇ ਵਿੱਚ ਰਹਿ ਕੇ ਉਹਦੇ ਪੰਖ ਗਿੱਲੇ ਨਹੀਂ ਹੁੰਦੇ, ਡੁੱਬਦੀ ਨਹੀਂ ਹੈ। ਇਸੇ ਤਰ੍ਹਾਂ ਸੁਰਤ ਮੇਰੀ ਅਗਰ ਆਪਣੇ ਸੋਰਸ ਨਾਲ ਜੁੜੀ ਹੈ,
ਇਸ ਸਾਰੇ ਮਾਇਆ ਦੇ ਭੋਗ ਭੋਗਦੇ ਹੋਏ ਵੀ ਆਜ਼ਾਦ ਰਹੇਗੀ। ਜਿਵੇਂ ਕਿ ਕੋਈ ਕਰਮ ਉਹਦੇ ਨਾਲ ਅਟੈਚਡ ਹੀ ਨਹੀਂ ਹੋਏਗਾ, ਕਿਉਂਕਿ ਇੰਟਰਨਲੀ ਮਨ ਦਾ ਫੋਕਸ ਹਉਮੈ ਤੋਂ ਪਰੇ ਹੈ। ਉਸ ਆਈਡੈਂਟੀਟੀ ਤੋਂ ਪਰੇ ਦਾ ਜੀਵਨ ਮੇਰਾ ਮਨ ਜਾਣਦਾ ਹੈ, ਔਰ ਉਸ ਸੁਰਤ ਦੇ ਵਿੱਚ ਇਕਾਗਰ ਹੋ ਕੇ ਮੈਂ ਜੀਵਨ ਜੀ ਰਿਹਾ ਹਾਂ। ਇਸ ਕਰਕੇ ਕਰਮ ਮੇਰਾ ਹੈ ਹੀ ਨਹੀਂ। ਜੋ ਹੋ ਰਿਹਾ ਹੈ, ਜੋ ਵਰਤ ਰਿਹਾ ਹੈ, ਜੋ ਮੈਂ ਜੀ ਰਿਹਾ ਹਾਂ, ਉਹ ਮੈਂ ਆਪਣੇ ਸੁਤੇ ਸਿੱਧ ਜੀ ਰਿਹਾ ਹਾਂ। ਜਾਂ ਐਫਰਟ ਵੀ ਕਰਦਾ ਹਾਂ ਤਾਂ ਉਹ ਇਸ ਫੋਕਸ ਵਿੱਚ ਕਰਦਾ ਹਾਂ, ਨਿਰੰਕਾਰ ਨਾਲ ਜੁੜਦੇ ਹੋਏ ਕਰਦਾ ਹਾਂ। ਤਾਂ ਮਨ ਇੰਸਪਾਇਰਡ ਰਹਿੰਦਾ ਹੈ, ਮਨ ਜੁੜਿਆ ਰਹਿੰਦਾ ਹੈ, ਮਨ ਆਪਣੇ ਸੋਰਸ ਵਿੱਚ ਅਚਿੰਤ ਆਨੰਦ ਵਿੱਚ ਹੈ, ਔਰ ਉਹ ਕਦੇ ਵੀ ਓਝਲ ਨਹੀਂ ਹੁੰਦਾ ਮਨ ਤੋਂ। ਜਦੋਂ ਉਹਦਾ ਜੀ ਕਰਦਾ ਹੈ, ਉਹ ਇਕਾਗਰਤਾ ਵਿੱਚ ਜਾ ਕੇ ਸੁਰਤ ਔਰ ਸਾਗਰ ਦੇ ਵਿੱਚ ਜਾ ਕੇ ਆਪਣੇ ਆਨੰਦ ਦੀ ਝਾਕੀ ਮਾਰ ਲੈਂਦਾ ਹੈ ਮਨ ਵਿੱਚ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਬਾਹਰ ਮਾਇਆ ਹੈ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਅਸੀਂ ਬਚਪਨ ਵਿੱਚ ਖੇਡਦੇ ਹਾਂ, ਔਰ ਜਦੋਂ ਛੋਟੀ ਉਮਰ ਵਿੱਚ ਕੋਈ ਖੇਡ ਖੇਡੀ ਜਾਂਦੀ ਹੈ, ਬੱਚਾ ਉਸ ਖੇਡ ਦਾ ਹੀ ਰੂਪ ਹੋ ਜਾਂਦਾ ਹੈ, ਲੜਨ ਨੂੰ ਤਿਆਰ ਹੋ ਜਾਂਦਾ ਹੈ, ਪੂਰੀ ਆਪਣੀ ਐਨਰਜੀ ਪਾ ਦਿੰਦਾ ਹੈ, ਉਹਦਾ ਸਾਰਾ ਸੁੱਖ ਔਰ ਦੁੱਖ ਦਾਅ ਵਿੱਚ ਲੱਗਿਆ ਹੁੰਦਾ ਹੈ। ਅਸੀਂ ਸਾਰੇ ਬਚਪਨ ਵਿੱਚ ਖੇਡੇ ਹਾਂ। ਹਾਰ ਤੇ ਜੀਵਨ ਦਾ ਅੰਤ ਦਿਖਦਾ ਹੈ, ਔਰ ਜਿੱਤ ਹੀ ਇੱਕ ਮਾਰਗ ਹੈ ਉਸ ਖੇਲ ਦਾ। ਹੋਸ਼ ਖਵਾ ਬੈਠਾ ਹੈ ਬੱਚਾ, ਉਹਨੂੰ ਹੋਸ਼ ਨਹੀਂ ਹੈ ਕਿ ਜੀਵਨ ਦਾ ਪਰਸਪੈਕਟਿਵ ਕੀ ਹੈ। ਇਹ ਖੇਲ ਸਿਰਫ ਇੱਕ ਐਲੀਮੈਂਟ ਹੈ ਉਸ ਸਾਰੀ ਗੇਮ ਦਾ। ਇਸੇ ਤਰ੍ਹਾਂ ਤੁਸੀਂ ਔਰ ਮੈਂ ਵੀ ਬੇਹੋਸ਼ ਹੋ ਗਏ ਹਾਂ। ਬੱਚਾ ਖੇਡਾਂ ਵਿੱਚ, ਖੇਲ ਵਿੱਚ ਬੇਹੋਸ਼ ਹੋ ਗਿਆ ਹੈ, ਔਰ ਅਸੀਂ ਜੀਵਨ ਵਿੱਚ ਬੇਹੋਸ਼ ਹੋ ਗਏ ਹਾਂ। ਅਸੀਂ ਅਗਰ ਹੋਸ਼ ਵਿੱਚ ਆ ਜਾਈਏ ਤਾਂ ਇੱਥੇ ਜੀਂਦੇ ਜੀ ਇਹਨੂੰ ਖੇਡਦੇ ਹੋਏ ਗੇਮ ਨੂੰ, ਇਸ ਤੋਂ ਮੁਕਤ ਹੋ ਜਾਵਾਂਗੇ, ਕਿਉਂਕਿ ਇਹਦਾ ਸਾਨੂੰ ਪਰਸਪੈਕਟਿਵ ਦਿਖ ਜਾਏਗਾ, ਇਹਦੀ ਰਿਐਲਿਟੀ ਦਿਖ ਜਾਏਗੀ। ਇਹੀ ਮਾਇਆ ਹੈ ਮਹਾਰਾਜ। ਜੋ ਚੀਜ਼ ਅਸਲ ਵਿੱਚ ਹੈ ਉਹਨੂੰ ਉਹ ਨਾ ਦੇਖ ਕੇ ਕੁਝ ਹੋਰ ਦੇਖ ਲੈਣਾ, ਇਹ ਮਾਇਆ ਹੈ। ਸਾਡੇ ਮਨ ਤੇ ਪਰਦਾ ਪੈ ਗਿਆ, ਅੱਖਾਂ ਦੇ ਅੱਗੇ ਪਰਦਾ ਪੈ ਗਿਆ, ਸਾਨੂੰ ਉਹ ਦਿਖ ਹੀ ਨਹੀਂ ਰਿਹਾ ਰਿਐਲਿਟੀ ਲਾਈਫ ਦੀ ਕੀ ਹੈ। ਇੱਥੇ ਸਾਰੀ ਗੇਮ ਬਦਲ ਗਈ। ਫਿਰ ਅਸੀਂ ਉਸ ਰਿਐਲਿਟੀ ਨੂੰ ਭੁੱਲ ਗਏ, ਉਸ ਸੋਰਸ ਨੂੰ ਭੁੱਲ ਗਏ ਜਿੱਥੋਂ ਅਸੀਂ ਸ਼ਕਤੀ, ਐਨਰਜੀ, ਇੰਸਪੀਰੇਸ਼ਨ, ਆਨੰਦ ਲੈਣਾ ਹੈ। ਔਰ ਇਹ ਗੇਮ ਸਾਡੀ ਰਿਐਲਿਟੀ ਬਣ ਗਈ, ਔਰ ਇਹ ਗੇਮ ਟੈਂਪਰਰੀ ਹੈ। ਸਦਾ ਲਈ ਹੁੰਦੀ ਤਾਂ ਫਿਰ ਤਾਂ ਗੱਲ ਹੀ ਕੁਛ ਹੋਰ ਸੀ। ਇਹ ਖੇਲ ਤਾਂ ਪੜਾਅ ਹੈ, ਸਿਰਫ ਇੱਕ ਸਰੀਰ ਦੇ ਹੁੰਦੇ ਹੁੰਦੇ ਹਉਮੈ ਹੈ, ਉਸ ਤੋਂ ਪਰੇ ਨਹੀਂ ਹੈ ਮਹਾਰਾਜ। ਤਾਂ ਗੁਰੂ ਕਹਿੰਦਾ ਹੈ ਕਿ ਇੱਥੇ ਖੇਲ ਚੱਲਦਾ ਹੈ, ਔਰ ਇਸ ਖੇਲ ਦੇ ਵਿੱਚ ਮੈਂ ਗੁੰਮ ਗਿਆ ਹਾਂ, ਤੁਸੀਂ ਗੁੰਮ ਗਏ ਹੋ, ਅਸੀਂ ਸਾਰੇ ਗੁੰਮ ਗਏ ਹਾਂ, ਗਵਾਚ ਗਏ ਹਾਂ। ਸਾਡੀ ਸਾਰੀ ਹਾਰ ਜਿੱਤ, ਸਕਸੈਸ, ਫੇਲੀਅਰ, ਮਾਨ ਅਪਮਾਨ, ਸੁੱਖ ਦੁੱਖ, ਸਭ ਇਸ ਖੇਲ ਦੇ ਨਾਲ ਹੀ ਡਿਫਾਈਨ ਹੋ ਰਿਹਾ ਹੈ। ਜਦ ਕਿ ਇਹ ਖੇਲ ਰਿਐਲਿਟੀ ਨਹੀਂ ਹੈ ਲਾਈਫ ਦੀ, ਇਹ ਪਰਮਾਨੈਂਟ ਖੇਲ ਨਹੀਂ ਹੈ। ਜਦ ਕਿ ਇਹ ਖੇਲ ਤਾਂ ਸੁਪਰਫਿਸ਼ੀਅਲ ਹੈ। ਇਹਦੇ ਪਿੱਛੇ ਇੱਕ ਹੋਰ ਸੋਰਸ ਹੈ ਜੀਵਨ ਦਾ, ਇੱਕ ਹੋਰ ਕਲਾ ਵਰਤ ਰਹੀ ਹੈ, ਸਵਾਸ ਚੱਲ ਰਹੇ ਹਨ, ਸੁਰਤ ਦੀ ਇਕਾਗਰਤਾ ਹੈ, ਸ਼ਬਦ ਦੀ ਹਜ਼ੂਰੀ ਹੈ, ਆਨੰਦ ਦਾ ਦਰਿਆ ਬਹਿ ਰਿਹਾ ਹੈ, ਔਰ ਸਾਡੇ ਸਾਹਮਣੇ ਬਹਿ ਰਿਹਾ ਹੈ, ਸਾਨੂੰ ਪਤਾ ਹੀ ਨਹੀਂ ਹੈ। ਜੀਵਨ ਦੀ ਰਿਐਲਿਟੀ ਸਾਡੇ ਸਾਹਮਣੇ ਨਹੀਂ ਹੈ ਮਹਾਰਾਜ। ਅਸੀਂ ਇੱਕ ਸੁਪਰਫਿਸ਼ੀਅਲ ਲਾਈਫ ਜੀ ਰਹੇ ਹਾਂ, ਜਿੱਥੇ ਸਾਨੂੰ ਰਿਐਲਿਟੀ ਸਮਝ ਹੀ ਨਹੀਂ ਆ ਰਹੀ ਕੀ ਹੈ। ਇਹ ਮਾਇਆ ਹੈ। ਜਿਵੇਂ ਇੱਕ ਬੱਚਾ ਗਵਾਚ ਗਿਆ ਆਪਣੀ ਲੂਡੋ ਦੀ ਗੇਮ ਵਿੱਚ, ਜਾਂ ਕੋਈ ਹੋਰ ਬੱਚਿਆਂ ਨਾਲ, ਆਪਣੇ ਮਿੱਤਰਾਂ ਨਾਲ ਖੇਡਦਾ ਹੋਇਆ ਭੁੱਲ ਗਿਆ ਸਾਰਾ ਜੀਵਨ, ਇਸ ਤਰ੍ਹਾਂ ਅਸੀਂ ਵੀ ਇਸ ਖੇਲ ਵਿੱਚ ਜਾ ਕੇ ਸਾਰਾ ਜੀਵਨ ਭੁੱਲ ਗਏ ਹਾਂ। ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖੇ ਤੇ ਡੂਬੀਏ ਲੈ।
ਇਹ ਮੋਹ ਕਰਕੇ ਮੇਰੇ ਪੱਗਾਂ ਵਿੱਚ, ਪੈਰਾਂ ਵਿੱਚ ਹੁਣ ਬੇੜੀਆਂ ਪੈ ਗਈਆਂ ਹਨ। ਮੈਂ ਚੱਲ ਨਹੀਂ ਪਾ ਰਿਹਾ, ਜੀਵਨ ਨੂੰ ਜੀ ਨਹੀਂ ਪਾ ਰਿਹਾ ਜਿਸ ਤਰ੍ਹਾਂ ਜੀਣਾ ਚਾਹੀਦਾ ਹੈ। ਗੁਰੂ ਕਹਿੰਦਾ ਹੈ ਅਸੀਂ ਦੇਖਿਆ ਹੈ ਕਿ ਇਹ ਡੁੱਬ ਰਹੇ ਹਨ ਲੋਕ, ਇਹ ਕਮਲ ਦੀ ਤਰ੍ਹਾਂ ਤੈਰ ਨਹੀਂ ਰਹੇ ਹਨ, ਇਹ ਤਾਂ ਡੁੱਬ ਰਹੇ ਹਨ। ਇਹ ਮੋਹ ਦੇ ਵਿੱਚ ਆ ਕੇ ਜੀਵਨ ਨੂੰ ਭੁੱਲ ਗਏ ਹਨ ਔਰ ਰਿਐਲਿਟੀ ਪਰਸਪੈਕਟਿਵ ਨੂੰ ਗਵਾਚ ਗਏ ਹਾਂ। ਜਦ ਕਿ ਲਿਵ ਇੱਕ ਇਕਾਗਰਤਾ ਹੈ ਜਿਹਦੇ ਵਿੱਚ ਸੋਰਸ ਐਨਰਜੀ ਲਾਈਫ ਦਾ ਵਾਈਬਰੈਂਟ ਜੀ ਰਿਹਾ ਹੈ। ਜਾਗਤ ਜੋਤ ਜਪੇ ਨਿਸਬਾਸਰ, ਇੱਕ ਜਾਗਦੀ ਜੋਤ ਵਾਈਬਰੈਂਟ ਐਨਰਜੀ ਲਾਈਫ ਦੀ ਫਲੋ ਕਰ ਰਹੀ ਹੈ ਉਸ ਲਿਵ ਵਿੱਚ, ਉਸ ਇਕਾਗਰਤਾ ਵਿੱਚ। ਪਰ ਮੈਂ ਉਸ ਦੇ ਵਿੱਚ ਰਹਿੰਦਾ ਹੋਇਆ ਉਸ ਤੋਂ ਵਾਂਝਾ ਹਾਂ, ਉਸ ਐਕਸਪੀਰੀਅੰਸ ਦੇ ਬਾਹਰ ਹਾਂ, ਕਿਉਂਕਿ ਮੇਰਾ ਮਨ ਖਿੰਡਾਓ ਵਿੱਚ, ਮੋਹ ਵਿੱਚ ਜੁੜਿਆ ਹੋਇਆ ਹੈ, ਬਾਹਰ ਮੁਖੀ ਮਨ ਵਿੱਚ। ਉਸ ਤੋਂ ਹੋਰ ਕੁਝ ਨਹੀਂ ਸਮਝ ਆ ਰਿਹਾ। ਉਹਨੂੰ ਵੀ ਜੀਣਾ ਮਨਾ ਨਹੀਂ ਹੈ। ਗੁਰੂਆਂ ਨੇ ਆਪਣੇ ਪੂਰੇ ਪਰਿਵਾਰ ਨੂੰ ਪਾਲਿਆ ਹੈ, ਮੋਹ ਕੀਤਾ ਹੈ ਤਾਂ ਹੀ ਪਾਲਿਆ ਹੈ। ਉਹ ਆਪਣੇ ਆਪ ਵਿੱਚ ਗਲਤ ਨਹੀਂ ਹੈ। ਹਾਊ ਯੂ ਵਿਲ ਨਰਚਰ ਲਾਈਫ ਇਫ ਯੂ ਡੋਂਟ ਲਵ ਇਟ। ਪਰ ਗੁਰੂ ਨੇ ਇਹ ਸਮਝਾਇਆ ਹੈ ਕਿ ਪੂਰਾ ਪਰਸਪੈਕਟਿਵ ਨਹੀਂ ਭੁੱਲਣਾ ਹੈ। ਜੀਵਨ ਹੈ ਕੀ ਪੂਰੀ ਤਰ੍ਹਾਂ ਇੱਕ ਐਲੀਮੈਂਟ ਹੈ ਮੋਹ। ਉਸ ਸੋਰਸ ਨਾਲ ਜੁੜ ਕੇ ਜੀਵਨ ਨੂੰ ਜੀਣਾ ਹੈ। ਜੀਵਨ ਫਲੋ ਕਰੇਗਾ, ਆਪਣੀ ਨੈਚੁਰਲ ਪਰਸਪੈਕਟਿਵ ਵਿੱਚ ਜੀਏਗਾ, ਵਿਦਾਊਟ ਕੌਨਫਲਿਕਟ ਰਹੇਗਾ। ਫਿਰ ਬਾਹਰਲੇ ਜੀਵਨ ਔਰ ਅੰਤਰਲੇ ਜੀਵਨ ਵਿੱਚ ਕੋਈ ਕੌਨਫਲਿਕਟ ਨਹੀਂ ਰਹੇਗਾ। ਸੀਮਲੈਸਨੈਸ ਦਿਖੇਗੀ। ਬਾਹਰ ਭੀਤਰ ਇੱਕ ਹੋ ਜਾਣੇ, ਇਹ ਗੁਰ ਗਿਆਨ ਦਿਖਾਈ। ਗੁਰੂ ਇਹੀ ਸਮਝਾ ਰਿਹਾ ਹੈ ਕਿ ਇੱਕ ਨੂੰ ਚੇਤ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਉਹਨੂੰ ਭੁੱਲ ਗਿਆ, ਤੇਰੇ ਸਾਰੇ ਗੁਣ ਗਲ ਗਏ ਹਨ। ਜੀਵਨ ਹੱਥੋਂ ਨਿਕਲਦਾ ਜਾ ਰਿਹਾ ਹੈ। ਇਹ ਚਿੱਕੜ ਦੇ ਵਿੱਚ ਮੇਰੇ ਪੈਰ ਫਸ ਗਏ ਹਨ। ਇਹ ਚਿੱਕੜ ਕੀ ਹੈ ਮਹਾਰਾਜ? ਲਾਸ ਆਫ ਪਰਸਪੈਕਟਿਵ ਹੈ। ਜੀਵਨ ਅਸਲ ਵਿੱਚ ਕੀ ਹੈ? ਉਹਦੇ ਵਿੱਚ ਪਰਦਾ ਪੈ ਗਿਆ ਹੈ। ਆਪਣੇ ਸੋਰਸ ਤੋਂ ਟੁੱਟ ਗਿਆ ਹਾਂ ਮੈਂ ਕਿਸੇ ਦੇ ਘਰ ਵਿੱਚ ਰਹਿ ਰਿਹਾ ਹਾਂ ਔਰ ਇਹ ਭੁੱਲ ਗਿਆ ਹਾਂ ਕਿ ਕਿਸੇ ਹੋਰ ਦਾ ਘਰ ਹੈ। ਉਸ ਨੂੰ ਆਪਣਾ ਸਮਝਣ ਲੱਗ ਪਿਆ। ਮੈਂ ਕੁਝ ਸਮੇਂ ਲਈ ਆਇਆ ਹਾਂ, ਇੱਕ ਹੋਟਲ ਵਿੱਚ ਕਮਰਾ ਮਿਲ ਗਿਆ ਹੈ। ਮੈਨੂੰ ਲੱਗ ਪਿਆ ਕਿ ਸਦਾ ਲਈ ਇੱਥੇ ਮੇਰਾ ਕਮਰਾ ਹੈ। ਮੇਰੇ ਆਲੇ ਦੁਆਲੇ ਜੀਵਨ ਇੱਕ ਅਡੰਬਰ ਦੀ ਤਰ੍ਹਾਂ, ਇੱਕ ਡਰਾਮੇ ਦੀ ਤਰ੍ਹਾਂ, ਇੱਕ ਖੇਲ ਦੀ ਤਰ੍ਹਾਂ ਚੱਲ ਰਿਹਾ ਹੈ ਔਰ ਉਹਦੇ ਵਿੱਚ ਮੈਂ ਭੁੱਲ ਗਿਆ ਹਾਂ ਕਿ ਮੈਂ ਕੌਣ ਹਾਂ ਔਰ ਮੈਂ ਕਰਨ ਕੀ ਆਇਆ ਹਾਂ ਇੱਥੇ। ਚਿੱਕੜ ਦੇ ਵਿੱਚ ਪੈਰ ਫਸ ਗਏ ਹਨ। ਪੰਕਜ ਮੋਹ। ਮੋਹ ਇੱਕ ਪੰਕਜ, ਇੱਕ ਚਿੱਕੜ ਹੈ। ਫਿਰ ਗੁਰੂ ਸਮਝਾਉਂਦਾ ਹੈ ਇਹਨੂੰ ਧੋਣਾ ਕਿਵੇਂ ਹੈ। ਗੁਰੂ ਕਹਿੰਦਾ ਹੈ ਨਾਮ ਨਾਲ। ਜਿਵੇਂ ਕੱਪੜੇ ਗੰਦੇ ਹੁੰਦੇ ਹਨ, ਦੇਹ ਸਾਬੁਨ ਲਈਏ ਧੋਏ ਤੇ ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਮੇ ਕੇ ਰੰਗ। ਹੁਣ ਨਾਮ ਵਿੱਚ ਇੰਨਾ ਮਸਤ ਹੋ ਜਾਏ ਇਨਸਾਨ ਕਿ ਉਹ ਇਕਾਗਰ ਹੋ ਜਾਏ, ਜੀਵਨ ਤੋਂ ਪਰੇ ਚਲਾ ਜਾਏ। ਇਹ ਫਿਕਰਾਂ, ਸੁੱਖ ਦੁੱਖ ਔਰ ਮਾਨ ਅਪਮਾਨ ਨੂੰ ਛੱਡ ਕੇ ਇੱਕ ਐਸੀ ਇਕਾਗਰਤਾ ਮਨ ਦੀ ਕਮਾ ਲਏ ਜਿੱਥੇ ਹਜ਼ੂਰੀ ਹੈ, ਜਿੱਥੇ ਜਾਗਦੀ ਜੋਤ ਦਾ ਵਾਸਾ ਹੈ, ਜਿੱਥੇ ਆਨੰਦ ਔਰ ਗੁਰੂ ਦੇ ਦਰਸ਼ਨ ਹਨ। ਅਸੀਂ ਉਸੇ ਨੂੰ ਮਿਸ ਕਰ ਰਹੇ ਹਾਂ ਔਰ ਸਾਨੂੰ ਉਹਦਾ ਗਿਆਨ ਹੈ ਕਿ ਉਹ ਸਾਡੇ ਕੋਲ ਹੈ। ਅਸੀਂ ਲੱਭ ਰਹੇ ਹਾਂ ਉਸ ਨੂੰ। ਗੁਰੂ ਨੇ ਇਸੇ ਬਾਣੀ ਵਿੱਚ ਸਮਝਾਇਆ ਹੈ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ। ਸਾਰੀ ਦੁਨੀਆ, ਸਭ ਲੋਗ ਇੱਕ ਅੰਮ੍ਰਿਤ ਨੂੰ ਲੱਭ ਰਹੇ ਹਨ। ਉਹ ਕਿੱਥੇ ਹੈ ਮਹਾਰਾਜ? ਉਹ ਨਾਲ ਹੀ ਹੈ ਮੇਰੇ, ਆਪ ਦੇ ਨਾਲ ਹੈ। ਜਿੱਥੇ ਵੀ ਆਪ ਬੈਠੇ ਹੋ, ਆਪ ਦੇ ਨਾਲ ਬੈਠਾ ਹੈ, ਆਪ ਦੇ ਨਾਲ ਹਾਜ਼ਰ ਹੈ। ਉਹ ਐਕਸਪੀਰੀਅੰਸ ਤੋਂ ਵਾਂਝਾ ਹਾਂ ਮੈਂ, ਉਸ ਹਉਮੈ ਤੋਂ ਪਰੇ ਨਹੀਂ ਜਾ ਪਾ ਰਿਹਾ। ਚਲਤੇ ਹੋ ਮਨ ਰਾਖੇ ਅੰਮ੍ਰਿਤ ਚਾਖੇ।
ਗੁਰੂ ਨੇ ਜੋ ਸਾਨੂੰ ਦੱਸਿਆ ਹੈ ਅੱਜ, ਇਹ ਖੇਲ, ਇਹੀ ਮੇਰਾ ਹਾਲ ਹੈ ਜੀਵਨ ਦਾ। ਔਰ ਇਸ ਖੇਲ ਦੇ ਵਿੱਚ ਮੈਂ ਭੁੱਲ ਗਿਆ ਹਾਂ ਕਿ ਜੀਵਨ ਕੀ ਹੈ। ਮਾਇਆ ਅਗਨ ਮੋਹ ਨਹੀਂ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਜਦ ਮੈਂ ਖੇਲ ਨੂੰ ਸਮਝ ਜਾਵਾਂਗਾ ਤਾਂ ਅਗਰ ਕਿਸੇ ਨੇ ਖੇਲ ਰਚਿਆ ਹੈ ਉਸ ਨੂੰ ਵੀ ਸਮਝ ਜਾਵਾਂਗਾ। ਅਗਰ ਮੇਰੀ ਮਾਤਾ ਨੇ ਕੋਈ ਲੂਡੋ ਦੀ ਗੇਮ ਵਿਛਾਈ ਹੈ ਔਰ ਮੈਂ ਉਸ ਨੂੰ ਖੇਡ ਰਿਹਾ ਹਾਂ ਤਾਂ ਫਿਰ ਮੈਂ ਉਸ ਨੂੰ ਜਦੋਂ ਸਮਝਾਂਗਾ ਤਾਂ ਮਾਤਾ ਨੂੰ ਵੀ ਸਮਝ ਜਾਵਾਂਗਾ ਕਿ ਮੇਰਾ ਸੋਰਸ ਕੀ ਹੈ ਇਸ ਖੇਲ ਦਾ, ਇਹ ਰਚਨਹਾਰ ਕੌਣ ਹੈ। ਇਹ ਗੱਲ ਹੋਣਾ ਕਿੱਥੇ ਸਭ ਕੁਝ, ਇਹ ਸਭ ਮਨ ਵਿੱਚ ਹੋਣਾ ਹੈ ਮਹਾਰਾਜ। ਇਹ ਸਭ ਆਪਣੇ ਅੰਤਰ ਮਨ ਦੀ ਅਵਸਥਾ ਹੈ। ਔਰ ਇਹਦੀ ਕਮਾਈ ਕਿਸ ਤਰ੍ਹਾਂ ਹੋਣੀ ਹੈ? ਗੁਰੂ ਕਹਿੰਦਾ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਹ ਸੁਰਤ ਦੀ ਅਵਸਥਾ ਬਹੁਤ ਸੌਖੀ ਨਹੀਂ ਹੈ। ਇਹਦੇ ਲਈ ਸੰਗਤ ਚਾਹੀਦੀ ਹੈ, ਕਮਾਈ ਚਾਹੀਦੀ ਹੈ, ਅਭਿਆਸ ਚਾਹੀਦਾ ਹੈ। ਕੀ ਹੈ ਮੈਡੀਟੇਸ਼ਨ ਮਹਾਰਾਜ? ਕੀ ਕੋਰਸ ਕਰਨਾ ਹੈ? ਕਿੱਥੇ ਜਾ ਕੇ ਮੈਂ ਵਿਪਾਸਨਾ ਦਾ ਕਰਨਾ ਹੈ? ਕਿਹੜੀ ਕਮਾਈ ਕਰਾਂ ਹਜ਼ੂਰ? ਗਾਵੀਏ ਸੁਣੀਏ ਮਨ ਰੱਖੀਏ ਪਾਓ। ਸਾਰੇ ਕੋਰਸਿਸ ਦਾ ਸਿਰੇ ਦਾ ਕੋਰਸ ਹੈ ਮਹਾਰਾਜ। ਸ਼ਬਦ ਨੂੰ ਗਾਈਏ। ਸੁਰਤ, ਅਗਰ ਸਾਨੂੰ ਸੁਰ ਦਾ ਗਿਆਨ ਨਹੀਂ ਹੈ ਤਾਂ ਵੀ ਗਾਈਏ, ਬੋਲੀਏ, ਗਾਈਏ, ਆਪਣੇ ਮਨ ਵਿੱਚ ਬਿਠਾਈਏ। ਇਹ ਧੁਰ ਕੀ ਬਾਣੀ ਹੈ। ਇਹ ਸਭ ਰੋਗਾਂ ਦਾ ਹੱਲ ਹੈ। ਗੁਰੂ ਕਹਿੰਦਾ ਇਹਨੂੰ ਗਾ। ਸੁਣ ਔਰ ਗਾ ਦੋਨੋਂ, ਤਾਂ ਕਿ ਮਨ ਦੇ ਵਿੱਚ ਬਾਣੀ ਰੱਜ ਜਾਏ, ਰਿਚ ਜਾਏ, ਅੰਦਰ ਤੱਕ ਆਪਣੀ ਜਗ੍ਹਾ ਕਰ ਲਏ। ਤਾਂ ਫਿਰ ਕੀ ਹੋਏਗਾ ਮਹਾਰਾਜ? ਸਤਿਗੁਰ ਸ਼ਬਦ ਸੁਣਾਇਆ। ਗੁਰੂ ਕਹਿੰਦਾ ਫਿਰ ਸ਼ਬਦ ਘਰ ਘਰ ਜਾਏਗਾ, ਸ਼ਬਦ ਆਪਣੇ ਮਨ ਵਿੱਚ ਜਗ੍ਹਾ ਬਣਾ ਲਏਗਾ। ਉਹ ਸ਼ਬਦ ਫਿਰ ਸੁਣੇਗਾ ਤੂੰ, ਬੋਲਣ ਦੀ ਲੋੜ ਨਹੀਂ ਪਏਗੀ, ਸੁਣੇਗਾ ਤੂੰ। ਫਿਰ ਸਤਿਗੁਰ ਨੇ ਜੋੜ ਦਿੱਤਾ ਸੋਰਸ ਨਾਲ। ਗੁਰੂ ਕੋਲ ਆਏ, ਸਦਾ ਲਈ ਜੁੜ ਗਏ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰਵਾ, ਔ ਖੁਦਾਏ ਰਾਸ ਵਿੱਚ ਆਪ ਖੁਲਵਾ। ਸਾਰੇ ਰੋਗ ਗਏ, ਜੀਵਨ ਦਾ ਹੱਲ ਨਿਕਲ ਗਿਆ, ਮਾਇਆ ਗਿਰ ਗਈ। ਉਹਨੂੰ ਜੀਂਦੇ ਹੋਏ ਇਸ ਤੋਂ ਨਿਰਲੇਪ ਹੋ ਕੇ ਜੀ ਸਕਦੇ ਹਾਂ। ਫਿਰ ਇਹਨੂੰ ਛੱਡ ਕੇ ਇਹਨੂੰ ਛੱਡਿਆ ਨਹੀਂ ਜਾ ਸਕਦਾ, ਇਹਦੇ ਵਿੱਚ ਰਹਿ ਕੇ ਇਹਨੂੰ ਛੱਡਿਆ ਜਾ ਸਕਦਾ ਹੈ। ਸ਼ੇਕਸਪੀਅਰ ਇੱਕ ਬਹੁਤ ਮੰਨਾ ਪੋਇਟ ਹੈ। ਉਹ ਕਹਿੰਦਾ ਹੈ all the men and women merely players. They have their exits, their entrances, and one man in his time plays many parts. ਇਹ ਸਾਰੀਆਂ ਗੱਲਾਂ ਕਰਦਾ, ਬਚਪਨ, ਜਵਾਨੀ, ਬਿਰਧ ਅਵਸਥਾ। ਫਿਰ ਅਖੀਰ ਵਿੱਚ ਉਹਦੇ 'ਚ ਇਹ ਗੱਲ ਥੋੜ੍ਹੀ ਡਿਸਪੋਂਡੈਂਸੀ ਦੀ ਕਰਦਾ ਹੈ, ਹੋਪਲੈਸਨੈਸ ਦੀ ਗੱਲ ਕਰਦਾ ਹੈ। That ends this strange eventful history is second childishness and mere oblivion. ਉਹ ਕਹਿੰਦਾ ਇੱਥੇ ਅੰਤ ਹੋ ਰਿਹਾ ਹੈ ਸਾਰੀ ਇਸ ਕਹਾਣੀ ਦਾ, ਇਸ ਹਿਸਟਰੀ ਦਾ। ਔਰ ਇੱਥੇ ਦੂਜਾ ਬਚਪਨ ਹੈ, ਜਿੱਥੋਂ ਬੁਢਾਪਾ ਆ ਗਿਆ, ਦੂਜਾ ਬਚਪਨ ਹੈ। is second childishness and mere oblivion. ਔਰ oblivion ਬਿਲਕੁਲ ਹੁਣ ਜੋ ਗਵਾਚ ਗਿਆ, ਜਿਹਦਾ ਕੋਈ ਸਥਾਨ ਪਤਾ ਨਹੀਂ ਰਹਿ ਗਿਆ, ਓਬਲਿਵੀਅਨ ਵਿੱਚ ਚਲਾ ਗਿਆ। ਸੈਨਸ ਟੀਥ, ਸੈਨਸ ਆਈਜ਼, ਸੈਨਸ ਟੇਸਟ, ਸੈਨਸ ਐਵਰੀਥਿੰਗ। ਜੀਵਨ ਦਾ ਜੋ ਕੁਛ ਵੀ ਸਾਨੂੰ ਸੀ ਪਤਾ, ਜਿਸ ਨੂੰ ਅਸੀਂ ਤ੍ਰੈਗੁਣ ਕਹਿੰਦੇ ਹਾਂ। ਕਹਿੰਦਾ ਨਾ ਤੇ ਦੰਦ ਹਨ, ਨਾ ਅੱਖਾਂ ਨੇ, ਨਾ ਕੋਈ ਟੇਸਟ ਹੈ, ਕੁਛ ਵੀ ਨਹੀਂ ਹੈ। ਓਬਲਿਵੀਅਨ ਹੈ ਬਸ, ਇੱਕ ਹਨੇਰਾ ਖੂਹਾ, ਜਿਵੇਂ ਕੋਈ ਕਹਿੰਦਾ ਹੋਏ।
ਗੁਰੂ ਕਹਿੰਦਾ ਹੈ ਇਹ ਉਹਦਾ ਹਾਲ ਹੈ ਜੋ ਸ਼ਬਦ ਤੋਂ ਟੁੱਟ ਕੇ ਜਿੰਦਾ ਹੈ। ਜਿਸਨੇ ਸ਼ਬਦ ਨੂੰ ਜਾਣ ਲਿਆ, ਜਿਸਨੇ ਸ਼ਬਦ ਨੂੰ ਜੀਵਨ ਵਿੱਚ ਬਿਠਾ ਲਿਆ, ਉਹਦੇ ਨਾਲ ਗੁਰੂ ਚੱਲਦਾ ਹੈ। ਹੁਣ ਮਹਾਰਾਜ ਉਹਦੀ ਗੱਲ ਕੁਝ ਹੋਰ ਹੈ। ਉੱਥੇ ਕੋਈ ਡਿਸਪੋਂਡੈਂਸੀ ਨਹੀਂ ਹੈ। ਉੱਥੇ ਜੀਵਨ ਖਤਮ ਵੀ ਹੈ ਤਾਂ ਵੀ ਕੁਝ ਵੀ ਖਤਮ ਨਹੀਂ ਹੁੰਦਾ ਹੈ। ਮਰ ਜਾਂਦਾ ਹੈ ਫਿਰ ਉੱਠ ਜਾਂਦਾ ਹੈ, ਸਰੀਰ ਚਲਾ ਜਾਂਦਾ ਹੈ ਫਿਰ ਵੀ ਆਨੰਦ ਵਿੱਚ ਰਹਿੰਦਾ ਹੈ। ਸਭ ਕੁਝ ਉਸ ਤੋਂ ਲੈ ਲਿਆ ਜਾਂਦਾ ਹੈ ਫਿਰ ਵੀ ਉਹ ਖੇੜਾ ਉਹਦਾ ਕਿਧਰੇ ਨਹੀਂ ਜਾਂਦਾ ਹੈ। ਭਾਈ ਮਨੀ ਸਿੰਘ ਦੀ ਕਥਾ ਹੈ ਕਿ ਉਹ ਬੰਦ ਕਟਵਾਏ ਹਨ। ਅਸੀਂ ਉਹਨੂੰ ਟੌਰਚਰ ਗਿਣਦੇ ਹਾਂ। ਇਹਨੂੰ ਉਲਟਾ ਸਮਝਣਾ ਕਿ ਜਿਹਦੇ ਬੰਦ ਕੱਟ ਰਿਹਾ ਉਹਦਾ ਆਨੰਦ ਕਿਧਰੇ ਨਹੀਂ ਜਾ ਰਿਹਾ, ਉਹਦਾ ਆਨੰਦ ਉਹਦੇ ਨਾਲ ਹੈ। ਇਹ ਤਾਂ ਗਿਫਟ ਹੈ। ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋਇਆ ਹੈ, ਉਹਨਾਂ ਦਾ ਆਨੰਦ ਨਹੀਂ ਵਿਛੜਿਆ ਹੈ। ਇੱਕ ਮਹਾ ਗਿਫਟ ਹੈ ਔਰ ਇਹੀ ਹੈ ਅਲਟੀਮੇਟ ਲਾਈਫ ਦੀ ਰਿਐਲਿਟੀ ਕਿ ਜਿਸਨੇ ਇਸ ਭੇਦ ਨੂੰ ਜਾਣ ਲਿਆ ਔਰ ਇਸ ਜੀਵਨ ਨੂੰ ਖੋਲ੍ਹ ਲਿਆ, ਇਸ ਖੇਲ ਨੂੰ ਪੂਰੀ ਤਰ੍ਹਾਂ ਸਮਝ ਲਿਆ, ਬੁੱਝ ਲਿਆ, ਹਉਮੈ ਬੂਝੇ ਤਾਂ ਦਰ ਸੂਝੇ, ਤਾਂ ਉਸਨੇ ਜੀਵਨ ਨੂੰ ਸਮਝ ਲਿਆ ਕੀ ਹੈ। ਮਹਾਰਾਜ ਸਾਨੂੰ ਇਸ ਪੌੜੀ ਵਿੱਚ ਇੱਕ ਖੇਲ ਦੇ ਦਰਸ਼ਨ ਕਰਾ ਰਹੇ ਹਨ। ਫਿਰ ਕੀ ਹੁੰਦਾ ਹੈ ਮਹਾਰਾਜ? ਜਾ ਤਿਸ ਭਾਣਾ ਤਾਂ ਜੰਮਿਆ। ਅਗਰ ਉਸ ਨੂੰ ਪਾਇਆ ਹੈ ਤਾਂ ਅਸੀਂ ਜਨਮ ਲਿਆ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਤਾਂ ਹੀ ਉਸ ਨੂੰ ਪਰਿਵਾਰ ਮਿਲਿਆ, ਤਾਂ ਹੀ ਸਾਨੂੰ ਪਰਿਵਾਰ ਮਿਲਿਆ, ਜੀਵਨ ਮਿਲਿਆ। ਇਹ ਪੂਰਾ ਸਾਨੂੰ ਦਰਸ਼ਨ ਮਿਲੇ, ਇਹ ਉਹਦੀ ਕਿਰਪਾ ਕਰਕੇ ਹੈ, ਉਸ ਦੇ ਹੁਕਮ ਵਿੱਚ ਹੈ। ਉਸ ਨੂੰ ਪਾ ਰਿਹਾ ਹੈ ਤਾਂ ਅਸੀਂ ਜਨਮ ਲੈਂਦੇ ਹਾਂ। ਪਰ ਗੁਰੂ ਕਹਿੰਦਾ ਹੈ ਕਿ ਅਗਰ ਇਹਦੇ ਵਿੱਚ ਰਹਿੰਦੇ ਹੋਏ, ਇਸ ਖੇਲ ਵਿੱਚ ਰਹਿੰਦੇ ਹੋਏ ਅਗਰ ਲਿਵ ਜੁੜੀ ਹੈ, ਮਨ ਇਕਾਗਰ ਹੈ, ਸੁਰਤ ਸ਼ਬਦ ਵਿੱਚ ਜੁੜਿਆ ਹੈ, ਤਾਂ ਫਿਰ ਗੱਲ ਕੁਝ ਹੋਰ ਹੈ। ਪਰ ਅਗਰ ਨਹੀਂ ਹੈ ਤਾਂ ਲਿਵ ਛੁਟਕੀ ਲੱਗੀ ਤ੍ਰਿਸ਼ਨਾ। ਤਾਂ ਦੋ ਗੱਲਾਂ ਨੇ ਮਹਾਰਾਜ। ਜਿੱਥੇ ਲਿਵ ਟੁੱਟ ਗਈ, ਜਿੱਥੇ ਇਕਾਗਰਤਾ ਗਈ, ਜਿੱਥੇ ਨਾਮ ਗਿਆ, ਉੱਥੇ ਹਉਮੈ ਦੇ ਦਰਸ਼ਨ ਹਨ। ਹਉਮੈ ਤੋਂ ਫਿਰ ਤ੍ਰਿਸ਼ਨਾ ਆਏਗੀ, ਉਹ ਇਨਕੰਪਲੀਟਨੈਸ ਹੌਂਟ ਕਰੇਗੀ ਸਾਨੂੰ। ਅਸੀਂ ਲੱਭਾਂਗੇ ਕਿ ਮੈਂ ਕਿੱਥੋਂ ਕੰਪਲੀਟ ਹੋਣਾ ਹੈ ਔਰ ਕਿੱਥੇ ਲੱਭਾਂਗੇ, ਬਾਹਰ ਲੱਭਾਂਗੇ, ਕਿਉਂਕਿ ਸਿਰਫ ਸੈਂਸਿਸ ਦਾ ਸਾਨੂੰ ਗਿਆਨ ਹੈ। ਸੈਂਸਿਸ ਤੋਂ ਪਰੇ ਦਾ ਗਿਆਨ ਨਹੀਂ ਹੈ। ਤ੍ਰੈਗੁਣ ਦੇ ਅਤੀਤ ਅਸੀਂ ਨਹੀਂ ਜਾ ਪਾਉਂਦੇ ਹਾਂ। ਉੱਥੇ ਤਾਂ ਸੁਰਤ ਜਾਂਦੀ ਹੈ ਜਿੱਥੇ ਹਉਮੈ ਨਹੀਂ ਹੈ। ਤਾਂ ਅਸੀਂ ਉਸ ਹਉਮੈ ਵਿੱਚ ਰਹਿੰਦੇ ਹੋਏ ਤ੍ਰਿਸ਼ਨਾ ਦੇ ਸਾਡੀ ਡਿਫਾਈਨਿੰਗ ਬਣ ਜਾਂਦੀ ਹੈ, ਸਾਡੀ ਫਲੇਵਰ ਬਣ ਜਾਂਦਾ ਹੈ, ਸਾਡਾ ਐਕਸਪ੍ਰੈਸ਼ਨ ਤ੍ਰਿਸ਼ਨਾ ਬਣ ਜਾਂਦੀ ਹੈ। ਕਿਉਂਕਿ ਬਿਨਾਂ ਤ੍ਰਿਸ਼ਨਾ ਦੇ ਫਿਰ ਸਾਡੇ ਕੋਲ ਕੁਝ ਵੀ ਨਹੀਂ ਹੈ। ਅਗਰ ਮੈਂ ਕੁਝ ਵੀ ਨਹੀਂ ਚਾਹਾਂਗਾ ਤਾਂ ਮੈਂ ਹਾਂ ਕੀ ਫਿਰ? ਅਗਰ ਕੋਈ ਸਾਡੇ ਸੰਗੇ ਸੰਬੰਧੀਆਂ ਵਿੱਚ ਕੋਈ ਇਹੋ ਜਿਹਾ ਹੈ ਜਿਹਨੂੰ ਕਦੇ ਕੁਝ ਵੀ ਨਹੀਂ ਚਾਹੀਦਾ, ਤਾਂ ਅਸੀਂ ਉਸ ਨੂੰ ਬਾਹਰਲੇ ਜੀਵਨ ਵਿੱਚ ਸਮਝਦੇ ਹਾਂ ਇਹ ਤਾਂ ਜੀ ਨਹੀਂ ਰਿਹਾ ਹੈ, ਉਹਨੂੰ ਕੁਝ ਵੀ ਨਹੀਂ ਚਾਹੀਦਾ ਹੈ। ਉਹਦੀ ਅੰਤਰ-ਆਤਮਾ ਦੀ ਗੱਲ ਅਸੀਂ ਨਹੀਂ ਕਰ ਸਕਦੇ, ਨਾ ਸਾਨੂੰ ਗਿਆਨ ਹੈ। ਪਰ ਬਾਹਰਲਾ ਜੀਵਨ ਅਸੀਂ ਉਸ ਨੂੰ ਦੇਖ ਰਹੇ ਹਾਂ ਜਿਹਦੇ ਕੋਲ ਬਾਹਰਲਾ ਐਕਸਪ੍ਰੈਸ਼ਨ ਹੈ, ਤ੍ਰਿਸ਼ਨਾ ਹੈ। ਔਰ ਜਿਹਦੀ ਜ਼ਿਆਦਾ ਤ੍ਰਿਸ਼ਨਾ ਹੈ ਉਹ ਜ਼ਿਆਦਾ ਦਿਖਦਾ ਹੈ। ਲੈਂਬੋਰਗਿਨੀ ਕਾਰ ਲੈ ਕੇ ਕੋਈ ਸਾਡਾ ਦੋਸਤ ਆਏਗਾ, ਅਸੀਂ ਪਹਿਲੇ ਉਸ ਨੂੰ ਦੇਖਾਂਗੇ। ਸਾਈਕਲ ਵਿੱਚ ਜੋ ਆਏਗਾ ਉਹਨੂੰ ਬਾਅਦ 'ਚ ਦੇਖਾਂਗੇ। ਇਹ ਸਾਡੀ ਜੱਜਮੈਂਟ ਸਨ। ਅਨਲੈਸ ਸਾਡੀ ਜੱਜਮੈਂਟ ਸਪਿਰਿਚੁਅਲ ਹੈ, ਫਿਰ ਗੱਲ ਹੋਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਹਨ ਕਿ ਲਿਵ ਲੱਗੀ, ਲਿਵ ਛੁਟਕੀ, ਲੱਗੀ ਤ੍ਰਿਸ਼ਨਾ। ਫਿਰ ਜਦੋਂ ਲਿਵ ਟੁੱਟੇਗੀ ਤਾਂ ਫਿਰ ਸਹਿਜ ਵੀ ਗਿਆ ਔਰ ਸੁਰਤ ਵੀ ਇਕਾਗਰ ਨਹੀਂ ਰਹੀ। ਮਾਇਆ ਅਮਰ ਵਰਤਾਇਆ। ਹੁਣ ਮਾਇਆ ਦਾ ਹੁਕਮ ਵਰਤ ਰਿਹਾ ਹੈ ਪੂਰਾ। ਉਸ ਗੇਮ ਨੇ, ਉਸ ਖੇਲ ਨੇ ਪੂਰਾ ਕੰਟਰੋਲ ਲੈ ਲਿਆ ਹੈ ਸਾਡੇ ਤੇ। ਸਾਡਾ ਪੂਰਾ ਜੀਵਨ ਹੁਣ ਡਿਫਾਈਨ ਹੋ ਗਿਆ ਬਾਈ ਮਾਇਆ, ਬਾਈ ਦਿਸ ਗੇਮ। ਕਿਹੜੀ ਗੇਮ? ਜਿਹੜੀ ਗੁਰੂ ਨੇ ਹੁਣੇ ਦੱਸੀ ਸੀ
ਕਰਤੇ ਖੇਲ ਰਚਾਇਆ। ਇਹ ਜਿਹੜਾ ਕਰਤੇ ਨੇ ਖੇਲ ਰਚਿਆ ਹੈ, ਹੁਣ ਇਹ ਮੈਨੂੰ ਡਿਫਾਈਨ ਕਰ ਰਿਹਾ ਹੈ। ਜਿਵੇਂ ਇੱਕ ਬੱਚਾ ਫੁੱਟਬਾਲ ਖੇਡਦੇ ਹੋਏ ਭੁੱਲ ਜਾਂਦਾ ਹੈ ਕਿ ਬਾਲ, ਇਸ ਫੁੱਟਬਾਲ ਤੇ ਬਾਹਰ ਵੀ ਕੋਈ ਜੀਵਨ ਹੈ, ਇਵੇਂ ਅਸੀਂ ਵੀ ਭੁੱਲ ਗਏ ਹਾਂ ਕਿ ਇਸ ਮਾਇਆ ਦੇ ਬਾਹਰ ਕੋਈ ਜੀਵਨ ਹੈ। ਸਭ ਗਿਆਨ ਸਾਡੇ ਤੋਂ ਨਹੀਂ ਹੈ, ਹੁਣ ਉਲਝ ਗਏ ਹਾਂ। ਐਸੇ ਵਿੱਚ ਸਭ ਦੁੱਖ ਔਰ ਸੁੱਖ ਕਮਾਏ ਜਾ ਰਹੇ ਹਨ। ਕਦੇ ਜਿੱਤਦੇ ਹਾਂ, ਕਦੇ ਹਾਰਦੇ ਹਾਂ, ਕਦੇ ਨੁਕਸਾਨ ਹੁੰਦਾ ਹੈ, ਕਦੇ ਲਾਭ ਹੁੰਦਾ ਹੈ। ਐਸੇ ਖੇਮ ਦੇ ਅੰਦਰ, ਇਸ ਰਚਨਾ ਦੇ ਅੰਦਰ ਹੀ ਅਸੀਂ ਡਿਫਾਈਨ ਹੋ ਰਹੇ ਹਾਂ। ਪਰ ਜਦ ਕਿ ਇਹ ਪਰਮਾਨੈਂਟ ਰਿਐਲਿਟੀ ਨਹੀਂ ਹੈ ਸਾਡੀ, ਉਹ ਅਸੀਂ ਭੁੱਲ ਗਏ ਹਾਂ। ਕਿਉਂ ਭੁੱਲੇ ਹਾਂ? ਕਿਉਂਕਿ ਸੋਰਸ ਤੋਂ ਟੁੱਟ ਗਏ ਹਾਂ ਮਹਾਰਾਜ। ਲਿਵ ਨਹੀਂ ਹੈ ਸਾਡੇ ਕੋਲ, ਸੁਰਤ ਨਹੀਂ ਹੈ, ਗਿਆਨ ਸਹਿਜ ਦਾ ਗਿਆਨ ਨਹੀਂ ਹੈ। ਹਉਮੈ ਤੋਂ ਪਰੇ ਨਹੀਂ ਜਾ ਪਾਉਂਦੇ ਅਸੀਂ। ਉਹਦੇ ਵਾਸਤੇ ਮਨ ਦੀ ਅਵਸਥਾ ਚਾਹੀਦੀ ਹੈ, ਮਨ ਦੇ ਦਰਸ਼ਨ ਚਾਹੀਦੇ ਹਨ। ਤਾਂ ਗੁਰੂ ਨੇ ਸ਼ਬਦ ਨੂੰ ਸਾਡੇ ਸਾਹਮਣੇ ਰੱਖਿਆ ਹੈ ਕਿ ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਦਾ ਸ਼ਬਦ ਮਤਲਬ ਹੈ ਹੁਕਮ। ਮਾਇਆ ਦਾ ਹੁਕਮ ਵਰਤ ਰਿਹਾ ਹੈ ਮਹਾਰਾਜ। ਇਹ ਮੇਰੀ ਜੀਵਨੀ ਹੈ, ਮੇਰੀ ਜੀਵਨੀ ਹੈ, ਇਹ ਆਪ ਦੀ ਜੀਵਨੀ ਹੈ। ਦਫਾ ਸਾਰੇ ਹੀ ਜੋ ਲੋਕ ਟੁੱਟ ਕੇ ਜੀਵਨ ਤੋਂ ਜੋ ਜੀ ਰਹੇ ਹਨ, ਇਹ ਸਭ ਦੀ ਜੀਵਨੀ ਹੈ। ਚਾਹੇ ਉਹ ਕੋਈ ਬੜਾ ਵੱਡਾ ਉੱਚਾ ਲੀਡਰ ਹੈ, ਚਾਹੇ ਉਹ ਭਿਖਾਰੀ ਹੈ, ਸਭ ਦੇ ਅੰਦਰ ਇਹੀ ਖੇਲ ਚੱਲ ਰਿਹਾ ਹੈ। ਆਪਣੇ ਕਰਮਾਂ ਅਨੁਸਾਰ ਕਿ ਨੇੜੇ ਕਿ ਦੂਰ, ਕੋਈ ਨੇੜੇ ਹੈ, ਕੋਈ ਦੂਰ ਹੈ। ਕਰਮ ਨਾਲ ਆਪਣਾ ਖੇਡ ਚੱਲਦੀ ਹੈ। ਕਰਮ ਵਿੱਚ ਤ੍ਰਿਸ਼ਨਾ ਚੱਲੇਗੀ, ਨਦਰ ਵਿੱਚ ਸੁਰਤ ਔਰ ਇਕਾਗਰਤਾ ਔਰ ਸਹਿਜ ਆਏਗਾ। ਨਦਰ ਆਏਗੀ, ਨਦਰ ਵਿੱਚ ਆਨੰਦ ਆਏਗਾ ਮਹਾਰਾਜ। ਅਨਕੰਡੀਸ਼ਨਡ ਹੈਪੀਨੈਸ ਆਏਗੀ। ਉਹਦਾ ਸਾਨੂੰ ਗਿਆਨ ਨਹੀਂ ਹੈ, ਅਸੀਂ ਇਹ ਸਮਝ ਨਹੀਂ ਰਹੇ ਗਏ। ਆਨੰਦ ਸਾਡੇ ਨਾਲ ਹੀ ਚੱਲਦਾ ਪਿਆ। ਉਹ ਜੋ ਅਸੀਂ ਅੰਮ੍ਰਿਤ ਬਾਹਰ ਲੱਭ ਰਹੇ ਹਾਂ, ਉਹ ਤਾਂ ਸਾਡੇ ਨਾਲ ਹੀ ਹਾਜ਼ਰ ਹੈ। ਬਸ ਉਹਦੇ ਵਿੱਚ ਸ਼ਬਦ ਦੀ ਹਜ਼ੂਰੀ ਚਾਹੀਦੀ ਹੈ, ਇਕਾਗਰਤਾ ਚਾਹੀਦੀ ਹੈ ਉਸ ਨੂੰ ਕਮਾਉਣ ਵਾਸਤੇ। ਮਹਾਰਾਜ ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਗੁਰੂ ਕਹਿੰਦਾ ਹੈ, ਜਦੋਂ ਇਸ ਮਾਇਆ ਦੇ ਕਾਰਨ ਮੈਂ ਹਰੀ ਨੂੰ ਵਿਸਰ ਗਿਆ ਹਾਂ। ਮੈਂ ਗੇਮ ਪਰਸਪੈਕਟਿਵ, ਗੇਮ ਦੇ ਵਿੱਚ ਇਤਨਾ ਜ਼ਿਆਦਾ ਉਲਝ ਗਿਆ ਕਿ ਟੋਟਲ ਪਰਸਪੈਕਟਿਵ ਭੁੱਲ ਗਿਆ ਕਿ ਮੇਰੀ ਲਾਈਫ ਕੁਝ ਹੋਰ ਵੀ ਹੈ, ਮੈਂ ਕੁਝ ਹੋਰ ਵੀ ਕਰਦਾ ਹਾਂ, ਕੁਝ ਹੋਰ ਵੀ ਚੀਜ਼ਾਂ ਮੈਨੂੰ ਡਿਫਾਈਨ ਕਰਦੀਆਂ ਹਨ, ਕੁਝ ਮੇਰੇ ਨਾਲ ਹੈ, ਉਹ ਵੀ ਮੈਂ ਭੁੱਲ ਗਿਆ ਹਾਂ। ਇਹ ਮਾਇਆ ਜਿਤ ਹਰ ਵਿਸਰੇ, ਜਿਹਦੇ ਨਾਲ ਹਰੀ ਵਿਸਰ ਗਿਆ। ਜਿੱਥੋਂ ਮੇਰਾ ਉਪਜਿਆ ਹਾਂ, ਜਿੱਥੋਂ ਮੇਰਾ ਆਰੰਭ ਹੈ, ਜਿੱਥੋਂ ਮੇਰਾ ਸੋਰਸ ਹੈ, ਮੈਂ ਉਸੇ ਤੋਂ ਟੁੱਟ ਗਿਆ ਹਾਂ ਮਹਾਰਾਜ। ਮੈਨੂੰ ਹੁਣ ਬਿਲਕੁਲ ਇੱਕ ਔਰਫਨ ਦੀ ਤਰ੍ਹਾਂ ਭਟਕਦਾ ਫਿਰਦਾ ਹਾਂ। ਕਿਆ ਭਵੀਏ ਸੱਚ ਸੂਚਾ ਹੋਏ। ਬਸ ਭ੍ਰਮਣ ਵਿੱਚ ਹੀ ਜੀਵਨ ਚੱਲ ਰਿਹਾ ਹੈ। ਥਾਟਸ ਵੀ ਕੌਨਸਟੈਂਟਲੀ ਫਲੋ ਕਰ ਰਹੀਆਂ ਹਨ, ਔਰ ਮੈਂ ਵੀ ਇੱਕ ਇਮੋਸ਼ਨ ਤੋਂ ਦੂਸਰੀ ਔਰ ਦੂਸਰੀ ਤੋਂ ਤੀਸਰੀ, ਇੱਕ ਥਾਟ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਇੱਕ ਸਿਚੁਏਸ਼ਨ ਤੋਂ ਦੂਸਰੀ, ਫਿਰ ਦੂਸਰੀ ਤੋਂ ਤੀਸਰੀ। ਇਹ ਪਲੇਨਸ ਮੇਰੇ ਨਾਲ ਨਾਲ ਚੱਲਦੇ ਜਾ ਰਹੇ ਹਨ। ਕਦੇ ਪਰਿਵਾਰ ਵਿੱਚ ਕੁਰਸ ਵਰਤਦਾ ਹੈ, ਕਦੇ ਕਰੀਅਰ ਵਿੱਚ, ਕਦੇ ਕਾਰੋਬਾਰ ਵਿੱਚ, ਕਦੇ ਹੋਰ ਰਿਐਲਿਟੀ ਵਿੱਚ। ਬਸ ਇਹੀ ਕਰਦਾ ਜਾ ਰਿਹਾ ਹਾਂ। ਪਰ ਇਹ ਸਭ ਕਰਨ ਵਾਸਤੇ ਮੈਂ ਇੱਥੇ ਆਇਆ ਨਹੀਂ ਹਾਂ। ਇਹ ਮੇਰੀ ਪਰਮਾਨੈਂਟ ਅਬੋਰਡ ਨਹੀਂ ਹੈ, ਇਹ ਨਾ ਹੀ ਮੇਰੀ ਪਰਮਾਨੈਂਟ ਰਿਐਲਿਟੀ ਹੈ। ਇਹ ਹੋ ਸਕਦੀ ਹੈ ਅਗਰ ਮੈਂ ਇੱਕ ਪਰਮਾਨੈਂਸ ਨੂੰ ਜਾਣ ਲਵਾਂ ਆਪਣੇ ਅੰਦਰ, ਜਿਹੜੀ ਮੌਤ ਡਿਸਟਰੋਏ ਨਹੀਂ ਕਰ ਸਕਦੀ। ਫਿਰ ਕਾਲ ਕਾ ਠਿੱਗਾ। ਗੁਰੂ ਜੀਵਨ ਦੱਸ ਰਿਹਾ ਹੈ ਕੀ ਹੈ। ਜੀਵਨ ਇੱਕ ਖੇਲ ਹੈ ਜਿਹੜੀ ਨਿਰੰਕਾਰ ਨੇ ਰਚੀ ਹੈ, ਔਰ ਅਗਰ ਨਿਰੰਕਾਰ ਦੇ ਦਰਸ਼ਨਾਂ ਵਿੱਚ ਖੇਲੀ ਜਾਏ ਤਾਂ ਫਿਰ ਠੀਕ ਖੇਡੀ ਜਾਏਗੀ। ਫਿਰ ਇਹ ਕੁਝ ਵਿਗਾੜ ਨਹੀਂ ਪਾਏਗੀ ਸਾਡਾ। ਔਰ ਅਗਰ ਉਸ ਦੇ ਦਰਸ਼ਨ ਭੁੱਲ ਕੇ ਮੈਂ ਇਸ ਖੇਲ ਨੂੰ ਖੇਲਾਂਗਾ
ਆਪਣੇ ਸੋਰਸ ਨੂੰ ਭੁੱਲ ਕੇ ਇਸ ਦੇ ਵਿੱਚ ਵਰਤਾਂਗਾ ਤਾਂ ਮੈਂ ਬਹੁਤ ਵੱਡੀ ਕਮਾਈ ਵੀ ਇਸ ਖੇਲ ਵਿੱਚ ਕਰ ਲਵਾਂ। ਮੋਨੋਪੋਲੀ ਦੀ ਗੇਮ ਵਿੱਚ ਮੈਂ ਸਾਰੇ ਹੀ ਘਰ ਜਿੱਤ ਲਵਾਂ, ਫਿਰ ਵੀ ਸਾਡੇ ਕੋਲ ਕੁਛ ਨਹੀਂ ਹੈ, ਕਿਉਂਕਿ ਇਹ ਤੇ ਕਾਰਡਬੋਰਡ ਦੀ ਗੇਮ ਹੁਣੇ ਫੋਲਡ ਹੋ ਸਕਦੀ ਹੈ, ਕੱਲ ਹੋ ਸਕਦੀ ਹੈ, ਜਦੋਂ ਉਹਦਾ ਹੁਕਮ ਹੋਏਗਾ ਫੋਲਡ ਹੋ ਜਾਏਗੀ। ਸਾਡੇ ਕੋਲ ਰਹੇਗਾ ਕੀ? ਭਿੱਖ ਮੰਗਣੀ ਹੈ ਮਹਾਰਾਜ, ਪਰ ਜੇ ਸਹੀ ਚੀਜ਼ ਦੀ ਭਿੱਖ ਮੰਗੇ ਤਾਂ ਭਿਖਾਰੀ ਰਾਜਾ ਜਾਂਦਾ ਹੈ। ਅਗਰ ਭਿਖਾਰੀ ਨੂੰ ਇਹ ਨਹੀਂ ਪਤਾ ਕਿ ਲੈਣਾ ਕੀ ਹੈ ਔਰ ਉਹ ਉਸ ਵਸਤੂ ਨੂੰ ਛੱਡ ਦੇ ਜਿਹੜੀ ਅਸਲ ਵਿੱਚ ਕਮਾਣੀ ਹੈ, ਫਿਰ ਉਹ ਭਿਖਾਰੀ ਹੀ ਰਹੇਗਾ, ਉਸ ਤੋਂ ਉੱਪਰ ਕੁਛ ਨਹੀਂ ਹੈ। ਅਗਰ ਸੱਚ ਨੂੰ ਕਮਾ ਲਏਗਾ ਤਾਂ ਮਹਾਰਾਜ ਕਹਿੰਦੇ ਨੇ ਇੱਕ ਹੀਰਾ ਪਾ ਲਏਗਾ, ਹੀਰੇ ਜਿੱਤ ਜੜਾਓ, ਫਿਰ ਉਸਦੇ ਹੁਕਮ ਨੂੰ ਜੀ ਲਏਗਾ, ਉਹਦੇ ਸੱਚ ਨੂੰ ਜਾਣ ਲਏਗਾ, ਉਹਦੇ ਪ੍ਰੇਮ ਨੂੰ ਪ੍ਰਾਪਤ ਕਰ ਲਏਗਾ, ਆਨੰਦ ਵਿੱਚ ਸਦਾ ਲਈ ਹਾਜ਼ਰ ਰਹੇਗਾ। ਇਹੀ ਹੁਕਮ ਹੈ ਮਹਾਰਾਜ। ਔਰ ਇਸ ਦੇ ਵਿੱਚ ਹੀ ਅਸੀਂ ਚੱਲਦੇ ਪਏ ਹਾਂ। ਇਹ ਹਉਮੈ ਜਿਹੜੀ ਮਾਇਆ ਦੇ ਰੂਪ ਵਿੱਚ ਸਾਡੇ 'ਚ ਆਈ ਹੈ, ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ, ਇਹ ਉਹਦਾ ਪਾਰਟ ਹੈ, ਉਸਦੀ ਗੇਮ ਦਾ। ਪਰ ਜਿਸ ਨੇ ਲਿਵ ਨੂੰ ਸੰਭਾਲ ਲਿਆ, ਸਾਡੇ 'ਚੋਂ ਉਹ ਵੀ ਹਨ ਜਿਨ੍ਹਾਂ ਨੇ ਨਾਮ ਦੇ ਰਸ ਵਿੱਚ ਜੀਵਨ ਜੋੜ ਦਿੱਤਾ, ਸਾਡੇ ਤੋਂ ਉਹ ਵੀ ਹਨ ਜਿਨ੍ਹਾਂ ਨੇ ਆਨੰਦ ਦਾ ਦਰਵਾਜ਼ਾ ਖੋਲ੍ਹ ਲਿਆ। ਹੁਣ ਦੁੱਖ ਔਰ ਸੁੱਖ ਵੀ ਆਏਗਾ, ਪਰ ਉਹਨਾਂ ਦਾ ਆਨੰਦ ਨਹੀਂ ਟੁੱਟੇਗਾ। ਸੁੱਖ ਦੇ ਵਿੱਚ ਤੇ ਅਸੀਂ ਘੱਟ ਕਮਾਉਂਦੇ ਹਾਂ, ਦੁੱਖ ਵਿੱਚ ਜ਼ਿਆਦਾ ਕਮਾ ਲੈਂਦੇ ਹਾਂ, ਪਰ ਇਤਨਾ ਕਮਾਈ ਅਸੀਂ ਕਰ ਸਕੀਏ ਕਿ ਸੁਰਤ ਦਾ ਗਿਆਨ ਹੋ ਜਾਏ, ਹਉਮੈ ਤੋਂ ਪਰੇ ਦੇ ਦਰਸ਼ਨ ਹੋ ਜਾਣ। ਉਹ ਤਾਂ ਹੀ ਹੋਣਗੇ ਜਦੋਂ ਗੁਰੂ ਜੀਵਨ ਵਿੱਚ ਹਾਜ਼ਰ ਹੋਏਗਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਿਨਾਂ ਗੁਰੂ ਦੇ ਆਨੰਦ ਦਾ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਧਿਆਨ ਵਿੱਚ ਮੈਂ ਰਹਿ ਸਕਦਾ ਹਾਂ, ਸ਼ਾਂਤ ਹੋ ਸਕਦਾ ਹਾਂ, ਆਪਣੀ ਡਿਮਾਂਡਸ ਨੂੰ ਘਟਾ ਦਿਆਂ ਤਾਂ ਸੌਖਾ ਵੀ ਰਹਿ ਸਕਦਾ ਹਾਂ। ਈਜ਼ੀਲੀ ਹੈਪੀਨੈਸ ਆ ਸਕਦੀ ਹੈ, ਬਟ ਆਨੰਦ ਨਹੀਂ ਮਿਲ ਸਕਦਾ ਹੈ। ਆਨੰਦ ਇੱਕ ਦਰਵਾਜ਼ੇ ਦੇ ਰੂਪ ਵਿੱਚ ਖੁੱਲ੍ਹਦਾ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਅੱਗੇ ਗੁਰੂ ਸਮਝਾਏਗਾ, ਹਰ ਜੀਓ ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਫਿਜ਼ੀਓਲੋਜੀ ਆਫ ਸਪਿਰਿਚੁਅਲਿਟੀ ਖੋਲ੍ਹਦੇ ਹਨ ਮਹਾਰਾਜ। ਇਸ ਸਰੀਰ ਦੇ ਵਿੱਚ ਇੱਕ ਦਰਵਾਜ਼ਾ ਹੈ ਜਿਹੜਾ ਗੁਪਤ ਹੈ, ਉਹਦੀ ਗੱਲ ਵੀ ਸਾਨੂੰ ਛੇੜ ਦਿੰਦੇ ਹਨ। ਗੁਰੂ ਅਮਰਦਾਸ ਮਹਾਰਾਜ ਸਾਰਾ ਕੁਝ ਹੀ ਸਮਝਾ ਰਹੇ ਹਨ, ਪਰ ਗੱਲ ਸ਼ੁਰੂ ਕਿੱਥੋਂ ਹੋਏਗੀ? ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਸਦਾ ਜਪਣਾ ਹੈ ਮਹਾਰਾਜ। ਜਨ ਨਾਨਕ ਕੋ ਗੁਰ ਅਹਿਮਦ ਦੀਨੀ, ਜਪ ਹਰ ਭਵ ਜਲ ਤਰਨਾ। ਸੁਣਿਐ ਮੰਨਿਐ, ਸੁਣਿਐ ਮੰਨਿਐ, ਸੁਣ ਵੀ ਲਵਾਂ ਮੰਨ ਵੀ ਲਵਾਂ। ਮਨ ਕੀਤਾ ਪਾਓ, ਗੁਰੂ ਨੂੰ ਮੰਨਣ ਵਿੱਚ ਬਿਠਾ ਲਿਆ ਤਾਂ ਗੁਰੂ ਆ ਗਿਆ ਮੇਰੇ ਜੀਵਨ ਵਿੱਚ। ਅੰਤਰਗਤ ਤੀਰਥ ਮਲ ਨਾ ਹੋ, ਫਿਰ ਗੁਰੂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਤੀਰਥ ਦਾ ਸਨਾਨ ਮੇਰੇ ਅੰਤਰ ਹੀ ਹੋ ਗਿਆ। ਬਸ ਬੈਠਦਾ ਹੈ। ਜ਼ਾਜ਼ਨ ਬੁੱਧਿਜ਼ਮ ਵਿੱਚ ਇੱਕ ਵਿੰਗ ਹੈ ਬੁੱਧਿਜ਼ਮ ਦਾ, ਜ਼ੈਨ ਬੁੱਧਿਜ਼ਮ ਦਾ। ਉੱਥੇ ਮੋਨੈਸਟਰੀਜ਼ ਹਨ ਇਹਦੇ ਵਾਸਤੇ। ਉਹਦਾ ਮਤਲਬ ਹੈ ਜ਼ਾਜ਼ਨ। ਜ਼ਾਜ਼ਨ ਦਾ ਲਿਟਰਲ ਮੀਨਿੰਗ ਹੈ ਜਸਟ ਸਿਟਿੰਗ। ਉਹ ਕਹਿੰਦੇ ਬਸ ਬੈਠ ਜਾ। ਇਹਦਾ ਕੀ ਮਤਲਬ? ਬਸ ਬੈਠ ਜਾ। ਬੈਠ ਜਾ, ਕੁਝ ਕਰ ਨਹੀਂ, ਸੋਚ ਵੀ ਮਤ, ਥਾਟ ਨੂੰ ਵੀ ਘੇਰ ਦੇ ਤਾਂ ਮਨ ਤੋਂ ਪਰੇ ਚਲੇ ਜਾਏਗਾ। ਇੱਥੇ ਤੇ ਆ ਸਕਦਾ ਹੈ, ਪਰ ਮਨ ਦੇ ਵਿੱਚ ਆਨੰਦ ਨਹੀਂ ਖੁੱਲ੍ਹਦਾ ਬਿਨਾਂ ਗੁਰੂ ਦੇ। ਗੁਰੂ ਦੇ ਦਰਸ਼ਨ ਅਸੀਂ ਪਹਿਲੇ ਸਮਝ ਚੁੱਕੇ ਹਾਂ ਕੌਣ ਹੈ। ਨਿਰੰਕਾਰ ਜੋ ਹਰ ਜਗ੍ਹਾ ਹਾਜ਼ਰ ਹੈ ਉਹ ਵੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਹੈ। ਖਾਲਸਾ मेरो रूप है खास, खालसे में हो करो निवास। परचा शब्द दा दीदार खालसे दे।
ਪੂਜਾ ਅਕਾਲ ਕੀ। ਇਹ ਤਿੰਨ ਐਸਪੈਕਟਸ ਚੱਲਦੇ ਹਨ ਨਾਲ ਨਾਲ, ਫਿਜ਼ੀਕਲ, ਇਮੋਸ਼ਨਲ, ਸਪਿਰਿਚੁਅਲ ਪਲੇਨਸ ਨਾਲ ਨਾਲ ਚੱਲਦੇ ਹਨ। ਗੁਰੂ ਸਾਨੂੰ ਇੱਕ ਅੰਤਰ ਦੇ ਆਨੰਦ ਖੋਲਣ ਦੀ ਵਿਧੀ ਸਮਝਾ ਰਿਹਾ ਹੈ। ਜੀਵਨ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਹੈ, ਔਰ ਜੀਵਨ ਨੂੰ ਛੱਡ ਕੇ ਜੀਵਨ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਇਹ ਵੀ ਇੱਕ ਰਿਐਲਿਟੀ ਹੈ। ਕਦੇ ਦੇਖਣਾ ਤੁਸੀਂ ਘਰ ਛੱਡ ਕੇ ਚਲੇ ਜਾਣਾ, ਥਾਟਸ ਘਰ ਵੱਲ ਹੀ ਚੱਲਣਗੀਆਂ, ਸਾਰਾ ਸਮਾਂ ਘਰ ਦਾ ਹੀ ਧਿਆਨ ਕਰਦੇ ਰਵਾਂਗੇ। ਮਨ ਉੱਥੇ ਹੀ ਜਾ ਕੇ ਰਹਿੰਦਾ ਹੈ ਜਿੱਥੇ ਮਨ ਵਿੱਚ ਅਸੀਂ ਆਲਰੇਡੀ ਸਪੇਸ ਦੇ ਚੁੱਕੇ ਹਾਂ। ਉਹ ਘਟਦਾ ਹੈ, ਇਮੀਡੀਏਟਲੀ ਨਹੀਂ ਟੁੱਟਦਾ ਹੈ। ਫਿਰ ਮਾਇਆ ਦਾ ਕੀ ਭੇਦ ਹੋਇਆ ਮਹਾਰਾਜ? ਗੁਰੂ ਕਹਿੰਦਾ ਹੈ, ਕਹੇ ਨਾਨਕ ਗੁਰ ਪ੍ਰਸਾਦੀ। ਜਦੋਂ ਗੁਰੂ ਦਾ ਪ੍ਰਸਾਦ ਮਿਲਦਾ ਹੈ, ਗੁਰੂ ਦੀ ਨਦਰ ਮਿਲਦੀ ਹੈ, ਗੁਰੂ ਦਾ ਪ੍ਰੇਮ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਮਿਲਦੀ ਹੈ, ਗੁਰੂ ਦੀ ਸੰਗਤ ਸ਼ਬਦ ਨਾਲ ਮਿਲਦੀ ਹੈ, ਤਾਂ ਕਹਿ ਨਾਨਕ ਗੁਰ ਪ੍ਰਸਾਦੀ ਜਿਨ ਲਿਵ ਲਾਗੀ। ਫਿਰ ਲਿਵ ਲੱਗ ਜਾਂਦੀ ਹੈ ਮਹਾਰਾਜ। ਇਕਾਗਰ ਮਨ ਚਾਹੀਦਾ ਹੈ। ਜਤ ਪਹਾਰਾ ਤੀਰਥ ਸੁਨਿਆਰ, ਇਹ ਉਹੀ 38ਵੀਂ ਪੌੜੀ ਦੀ ਕਮਾਈ ਚੱਲਦੀ ਪਈ ਹੈ। ਅਹਰਨ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਟਾਲ, ਕੜੀਏ ਸ਼ਬਦ ਸੱਚੀ ਟਕਸਾਲ। ਸ਼ਬਦ ਵਿੱਚ ਘੜਨਾ ਹੈ ਮਨ ਨੂੰ ਮਹਾਰਾਜ। ਜਿਨ ਕੋ ਨਦਰ ਕਰਮ ਤਿਨਕਾਰ। ਉਹਦਾ ਪ੍ਰੇਮ ਗੁਰੂ ਦਾ ਲੈ ਕੇ ਪ੍ਰੇਮ ਨਾਲ ਸ਼ਬਦ ਨੂੰ ਗਾਈਏ, ਭਾਵਨਾ ਨਾਲ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਭਾਖਿਆ ਪਾਓ ਅਪਾਰ। ਉਹਦੀ ਭਾਸ਼ਾ ਨਿਰੰਕਾਰ ਦੀ ਭਾਵਨਾ ਹੈ, ਪ੍ਰੇਮ ਹੈ। ਪ੍ਰੇਮ ਨਾਲ ਉਹਦੇ ਨਾਲ ਜੁੜਿਆ ਜਾ ਸਕਦਾ ਹੈ, ਪ੍ਰੇਮ ਨਾਲ ਉਹਦੇ ਨਾਲ ਇੱਕ ਮਿਕਤਾ ਹੋ ਸਕਦੀ ਹੈ। ਪ੍ਰੇਮ ਵਿੱਚ ਅਸੀਂ ਹਉਮੈ ਨੂੰ ਤਿਆਗ ਸਕਦੇ ਹਾਂ। The easiest way to him is love, unconditional love, no conditions. ਗੁਰੂ ਮਹਾਰਾਜ ਫਿਰ ਕਹਿੰਦੇ ਹਨ, ਕਹੇ ਨਾਨਕ ਗੁਰ ਪ੍ਰਸਾਦੀ ਜਿਨ ਲਿਵ ਲਾਗੀ। ਜਿਨ੍ਹਾਂ ਨੂੰ ਜਿਹੜਾ ਜੁੜ ਗਿਆ, ਇੱਥੇ ਰਹਿੰਦਾ ਹੋਇਆ, ਸਭ ਕੁਝ ਕਰਦਾ ਹੋਇਆ, ਸਭ ਕੁਝ ਭੋਗਦਾ ਹੋਇਆ, ਜੀਵਨ ਜੀਂਦਾ ਹੋਇਆ, ਬੱਚੇ ਪਾਲਦਾ ਹੋਇਆ, ਪਰਿਵਾਰ ਕਰਦਾ ਹੋਇਆ, ਆਪਣੀ ਲਿਵ ਨੂੰ ਸੰਭਾਲਦਾ ਰਹੇਗਾ। ਤਿੰਨ ਵਿੱਚੀ ਮਾਇਆ ਪਾਇਆ, ਤਿੰਨੀ ਵਿੱਚੇ ਮਾਇਆ ਪਾਇਆ। ਤਿੰਨਾਂ ਨੇ ਵਿੱਚੇ ਮਾਇਆ ਦੇ ਪਾ ਲਿਆ। ਮਾਇਆ ਦੁਸ਼ਮਣ ਨਹੀਂ ਹੈ। ਇਸ ਤਰ੍ਹਾਂ ਮਾਇਆ ਨਰਚਰਿੰਗ ਐਨਰਜੀ ਹੈ। ਜਿਵੇਂ ਅਸੀਂ ਹੀਟ ਨੂੰ ਟੈਂਪਰ ਕਰ ਦਿੰਦੇ ਹਾਂ, ਸਾਨੂੰ ਹੀਟ ਨੁਕਸਾਨ ਦੇ ਸਕਦੀ ਹੈ, ਅੱਗ ਸਾਨੂੰ ਨੁਕਸਾਨ ਦੇ ਸਕਦੀ ਹੈ, ਪਰ ਅਸੀਂ ਉਸ ਨੂੰ ਟੇਮ ਕਰ ਲਿਆ, ਉਹਦੀ ਪੋਜ਼ੀਟਿਵ ਐਨਰਜੀ ਵਰਤ ਲਈ, ਉਹਦੇ ਨਾਲ ਅਸੀਂ ਕੁੱਕ ਕਰਦੇ ਹਾਂ, ਖਾਣਾ ਬਣਾਉਂਦੇ ਹਾਂ। ਇਸੇ ਤਰ੍ਹਾਂ ਲਾਈਫ ਨਰਚਰ ਹੋ ਰਹੀ ਹੈ, ਤਾਂ ਅਸੀਂ ਦੁਸ਼ਮਣ ਨੂੰ ਦੋਸਤ ਬਣਾ ਲਿਆ। ਇਸ ਤਰ੍ਹਾਂ ਮਾਇਆ ਹੈ। ਮਾਇਆ ਵੀ ਨਰਚਰਿੰਗ ਐਨਰਜੀ ਹੈ, ਨਰਚਰਿੰਗ ਐਸਪੈਕਟ ਆਫ ਲਾਈਫ ਹੈ। ਉਹਦਾ ਔਰ ਆਪਣਾ ਰਿਲੇਸ਼ਨਸ਼ਿਪਸ ਟੇਮ ਕਰਨਾ ਹੈ ਕਿ ਲਿਵ ਜੁੜੀ, ਔਰ ਮਾਇਆ ਦੇ ਵਿੱਚ ਪੈਰ ਰੱਖੋ ਤਾਂ ਕੁਝ ਨਹੀਂ ਵਿਗੜਦਾ। ਪਰ ਅਗਰ ਮਾਇਆ ਲਿਵ ਟੁੱਟ ਗਈ ਤਾਂ ਮਾਇਆ ਹੀ ਹੁਕਮ ਹੈ ਸਾਡਾ। ਫਿਰ ਨਿਰੰਕਾਰ ਔਰ ਹਉਮੈ ਦੇ ਵਿੱਚ ਫਰਕ ਸਾਨੂੰ ਨਹੀਂ ਪਤਾ ਲੱਗੇਗਾ। ਫਿਰ ਅਸੀਂ ਭੁੱਲ ਗਏ ਹਾਂ ਕਿ ਰਿਐਲਿਟੀ ਕੀ ਹੈ ਲਾਈਫ ਦੀ। ਫਿਰ ਅਸੀਂ ਗੇਮ ਨੂੰ ਹੀ ਰਿਐਲਿਟੀ ਸਮਝ ਲਿਆ ਹੈ, ਔਰ ਇਹ ਗੇਮ ਖਤਮ ਹੋਣ ਵਾਲੀ ਹੈ ਕਿਸੇ ਦਿਨ। ਇਹਦਾ ਐਂਡ ਹੈ ਕਦਰੇ। ਕਮਾਣਾ ਹੈ ਤਾਂ ਨਾਮ ਕਮਾਣਾ ਹੈ ਮਹਾਰਾਜ। ਕਮਾਣਾ ਹੈ ਤੇ ਗੁਰੂ ਦਾ ਪ੍ਰੇਮ ਲੈਣਾ ਹੈ ਹਜ਼ੂਰ। ਜਾਣਨਾ ਹੈ ਤੇ ਸ਼ਬਦ ਦੀ ਹਜ਼ੂਰੀ ਮਨ ਵਿੱਚ ਜਾਣਨੀ ਹੈ। ਉਸ ਦੀ ਮਸਤੀ ਵਿੱਚ ਬਸ ਮਸਤ ਹੋ ਜਾਣਾ ਹੈ। ਕਿਤਨੀ ਪਿਆਰੀ ਪੌੜੀਆਂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਸਾਨੂੰ ਬਖਸ਼ੀਆਂ ਹਨ। ਇਹ ਬਾਣੀ ਡੈਡੀਕੇਟਿਡ ਟੂ the anand of life, the supreme bliss of life, the happiness without condition. ਗੁਰੂ ਜੀਵਨ ਸਮਝਾ ਰਿਹਾ ਹੈ, ਜੀਵਨ ਤਤ ਗਿਆਨ ਦੇ ਰਿਹਾ ਹੈ। ਗੁਰੂ ਸਮਝਾ ਰਿਹਾ ਹੈ ਕਿ ਮਨ ਨੂੰ ਕਿਵੇਂ ਜੋੜਨਾ ਹੈ ਔਰ ਪਾਰ ਕਿਵੇਂ ਜਾਣਾ ਹੈ। ਆਓ ਇੱਕ ਅਰਦਾਸ ਨਾਲ ਜੀਵਨ ਵਿੱਚ ਉਤਰੀਏ।
ਸੁਰਤ ਨੂੰ ਸੰਭਾਲਣ ਦੀ ਪੁਕਾਰ ਕਰੀਏ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਤੇਰੇ ਸੰਗ ਨਾ ਚਾਲੇ। ਮੰਗੀਏ ਤਾਂ ਨਾਮ ਮੰਗੀਏ, ਮੰਗੀਏ ਤਾਂ ਜੁੜਨਾ ਮੰਗੀਏ, ਉਹਦੇ ਨਾਲ ਜੁੜਿਆ ਰਹੇ, ਜੁੜਾ ਰਵਾਂ ਮੈਂ, ਉਸ ਤੋਂ ਨਾ ਟੁੱਟਾਂ ਮੈਂ। ਬਾਕੀ ਸਭ ਕੁਝ ਮੈਂ ਮੰਗਦਾ ਹਾਂ, ਇਹ ਨਹੀਂ ਮੰਗਦਾ ਮੈਂ ਜੁੜਿਆ ਰਵਾਂ। ਮੈਂ ਨਹੀਂ ਮੰਗਦਾ, ਮੇਰੇ ਅੰਦਰ ਪੁਕਾਰ ਨਹੀਂ ਹੈ, ਤਾਂ ਹੀ ਮੇਰੇ ਦੁੱਖਾਂ ਦਾ ਕਾਰਨ ਹੈ। ਇਹ ਵਿਛੋੜਾ ਹੈ ਮੇਰੇ ਅੰਦਰ, ਔਰ ਵਿਛੋੜਾ ਇੱਕ ਦੁੱਖ ਹੈ। ਸਭ ਤੋਂ ਵੱਡਾ ਦੁੱਖ ਗੁਰੂ ਕਹਿੰਦਾ ਹੈ ਵਿਛੋੜਾ ਹੈ। ਨਿਰੰਕਾਰ ਤੋਂ ਮੈਂ ਟੁੱਟ ਗਿਆ, ਇਹ ਦੁੱਖ ਦਾ ਕਾਰਨ ਹੈ। ਇਹ ਸਾਰੀ ਜੜ ਦੇ ਵਿੱਚ ਵਸਦਾ ਹੈ, ਮੇਰੇ ਮਨ ਦੇ ਵਿੱਚ, ਮੇਰੇ ਜੀਵਨ ਦੇ ਰੂਟ ਵਿੱਚ ਇਹ ਹੈ। 29ਵੀਂ ਪੌੜੀ ਦੇ ਨਿਰਾਲੇ ਦਰਸ਼ਨ ਹਨ। ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਮੇਰੀਆਂ ਭੁੱਲਾਂ ਆਪ ਖਿਮਾ ਕਰ ਦੇਣਾ। ਅੱਜ ਦੀ ਵਿਚਾਰ ਇਤਨੀ ਪ੍ਰਵਾਨ ਕਰਨਾ महाराज। आप कुछ सुधार करना चाहो, कुछ दसना चाहो, जी सदके जरूर दसना महाराज। गुरु नानक साहब नूं अरदास बेनती है कि किरपा हो जाए, नदर दा जीवन मिल जाए। अपना मन, साडा मन, लिव साडी जुड़ जाए, आनंद दी दर्शन हो जान जिंदे जी। खेत ही करो निवेड़ा। बहुत बहुत धन्यवाद। वाहिगुरू जी का खालसा, वाहिगुरू जी की फतेह।